मन की जो टेढ़ी चाल सप वर्गी है ओह ठहर जाता है ते मन के अंतर आत्मा विच नाम का प्रकाश होता है। आज गुरु साहब जी की मेहर कर रहे ने मनोवृत्तियां नूं इकागर करदिआं सारे उच्चारण करो। सतनाम वाहे गुरु। चंद सूरज दोय जोत स्वरूप ज्योति अंतर ब्रह्म अनूप। भगत कबीर जी की रसना तो उच्चारण किया होया ये शब्द जो कि पावन अंग 972 ते रामकली राग दे विच सुशोभित है। ते भगत कबीर जी ने जो विचार सानू बख्शिश की है, इत्थे बाहरी दिसदे होए रूप अते अणदिसदे होए जिहड़े रूप हन उहदा जिक्र कीता है। क्योंकि वेखो जिहड़ा बाहर दिसदा होया कोई भी रूप है, मान लो कोई रुख है, उस रुख ते लगियां होईयां टाहणियां ਉਹਦੇ ਤੇ ਲੱਗੇ ਹੋਏ ਪੱਤੇ ਫੁੱਲ ਫਲ ਬੜੇ ਸੋਹਣੇ ਲੱਗਦੇ ਨੇ। ਹਰ ਇੱਕ ਮਨੁੱਖ ਉਹਨਾਂ ਦੀਆਂ ਤਾਰੀਫਾਂ ਕਰਦਾ ਹੈ, ਵਡਿਆਈ ਕਰਦਾ ਹੈ। ਪਰ ਜੋ ਵਿਚਾਰੀ ਜੜ ਹੈ, ਧਰਤੀ ਦੇ ਥੱਲੇ ਨੱਪੀ ਹੋਈ ਹੈ, ਅਣਦਿਸਦੀ ਹੈ, ਨਹੀਂ ਨਾ ਦਿਸ ਰਹੀ। ਕੋਈ ਮਨੁੱਖ ਉਹਦੀ ਤਾਰੀਫ ਤੇ ਕਰਨਾ ਕੀ ਹੈ, ਕਦੇ ਉਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। रुख नूं वेख के कदे किसे नूं ख्याल आया उन्हां जड़ां दा जिस जड़ दे करके उस रुख ते हरियावल है। क्योंकि हरियावल ते उस रुख ते जड़ां करके ही है ना। पत्ते तां ने क्योंकि जड़ है, फल फुल तां ने क्योंकि जड़ है। जे जड़ ही ना होवे ते ना फुल ने ना फल ने ना हरियावल है। पर कमाल की गल तो यही है, बाहर नूं सब वेखदे ने, उस बाहर दियां तारीफां सारे करदे ने, पर जो अणदिसदा उहदे वल ख्याल नहीं जाता। बहुत सोहनी कोई बिल्डिंग है, घर है, उहदी खूबसूरती उहदी बनावट की सारी तारीफ करदे ने, पर जो बेचारियां इट्टां नीहां च लगियां ने, वो नीह जिस दे सहारे वो बिल्डिंग खड़ी हुई है, वो घर टिकिया होया, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਉਹਦੇ ਬਾਰੇ ਕੋਈ ਸੋਚਦਾ ਹੀ ਨਹੀਂ। ਗੁਰੂ ਸਾਹਿਬ ਜੀ ਦੀ ਬਾਣੀ 'ਚ ਭਗਤ ਕਬੀਰ ਜੀ ਨੇ ਇਸ ਗੱਲ ਦਾ ਇਸ ਪਾਵਨ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਬੰਦਿਆ ਕਦੇ ਗੌਰ ਨਾਲ ਤੂੰ ਵੇਖ ਤੇ ਤੂੰ ਸੰਸਾਰ ਨੂੰ ਵੇਖਦਾ ਚ ਵਿਚਰਦਾ ਹੈ। ਵਿਚਰਦਿਆਂ ਹੋਇਆਂ ਜੋ ਦਿਸਦਾ ਹੈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਉਹਨਾਂ ਦੀ ਤੂੰ ਤਾਰੀਫ ਕਰ ਰਿਹਾ। ਕਿਉਂਕਿ ਇਸ ਸੰਸਾਰ 'ਚ ਜੋ ਕੁਝ ਅਸੀਂ ਵੇਖ ਰਹੇ ਹਾਂ, ਸਾਰਿਆਂ ਦੀ ਤਾਰੀਫ ਅਸੀਂ ਕਰ ਰਹੇ ਹਾਂ ਜੀ। ਕਿੰਨਾ ਸੋਹਣਾ ਸੰਸਾਰ ਹੈ, ਇਹਦੇ 'ਚ ਜੀ ਕਿੰਨੇ ਸੋਹਣੇ ਨੇ, ਕਿੰਨੇ ਸੋਹਣੇ ਪਹਾੜ ਨੇ, ਕਿੰਨੀਆਂ ਕੁ ਸੋਹਣੀਆਂ ਬਹਾਰਾਂ ਨੇ, ਰੁੱਖ ਨੇ। ਪਰ ਉਸ ਰੱਬ ਦੇ ਵੱਲ ਖਿਆਲ ਕਦੇ ਗਿਆ ਜਿਸ ਰੱਬ ਨੇ ਸਿਰਜੀਆਂ ਨੇ, ਜਿਸ ਨੇ ਬਣਾਏ ਨੇ। ਇਹਨਾਂ ਨੂੰ ਵੇਖ ਕੇ ਉਹ ਰੱਬ ਕਦੇ ਚੇਤੇ ਆਇਆ? ਉਸ ਸੰਸਾਰ ਨੂੰ ਵੇਖ ਕੇ, ਸੰਸਾਰ ਦੇ ਪਦਾਰਥ ਨੂੰ ਵੇਖ ਕੇ ਕਦੇ ਰੱਬ ਦਾ ਧਿਆਨ ਇੱਕਦਮ ਆਇਆ ਹੋਵੇ ਕਿ ਜੀ ਵਾਹ ਪਰਮਾਤਮਾ ਤੋਂ ਕਮਾਲ ਕੀਤੀ ਹੈ। ਜੋ ਸਾਹਮਣੇ ਦਿਸਦਾ ਹੈ, ਮਨੁੱਖ ਉਹਦੀਆਂ ਤਾਰੀਫਾਂ ਕਰਦਾ ਹੈ, ਮਨੁੱਖ ਉਹਦੀਆਂ ਵਡਿਆਈਆਂ ਕਰਦਾ ਹੈ, ਉਹਦੇ ਨਾਲ ਜੁੜਦਾ ਹੈ। ਪਰ ਜੋ ਅਣਦਿਸਦਾ ਹੈ, ਜੋ ਸਾਹਮਣੇ ਨਹੀਂ ਹੈ, ਬੇਸ਼ੱਕ ਉਹ ਸਾਰਾ ਸੂਤਰਧਾਰ ਹੈ, ਬੇਸ਼ੱਕ ਉਹ ਸਭ ਕੁਝ ਕਰਨ ਕਾਰਨ ਵਾਲਾ ਹੈ ਹੀ ਉਹਦੇ ਕਰਕੇ ਪਸਾਰਾ ਹੈ। ਉਹ ਤੱਤ ਦੀ ਹੋਂਦ, ਉਹਦੀ ਸੋਹਣਾ, ਉਹਦੀ ਬਨਾਵਟ, ਉਹਦਾ ਸੋਹਪਣ, ਬੇਸ਼ੱਕ ਸਭ ਕੁਝ ਉਸ ਅਣਦਿਸਦੇ ਤੇ ਪਿੱਛੇ ਲੁਕੇ ਹੋਏ ਕਰਕੇ ਹੋਵੇ, ਪਰ ਫਿਰ ਵੀ ਉਸ ਵੱਲ ਧਿਆਨ ਨਹੀਂ ਜਾਂਦਾ। ਬਾਣੀ ਦਾ ਬੜਾ ਸੋਹਣਾ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੱਟੀ ਦੇ ਵਿੱਚ ਅੰਕਿਤ ਹੈ। ਚਿੱਤਰ
ਚੱਚੈ ਰਚਿਤ ਚਿੱਤ ਹੈ ਭਾਰੀ। ਚੱਚੇ ਅੱਖਰ ਤੋਂ ਸਮਝਾਣਾ ਕੀਤਾ ਕਿ ਦੁਨੀਆ ਦੇ ਲੋਕੋ ਇਹ ਜੋ ਸੰਸਾਰਿਕ ਚਿੱਤਰ ਹੈ ਤੇ ਬਹੁਤ ਭਾਰੀ ਚਿੱਤਰ ਹੈ, ਪਾਓ ਬੜਾ ਅਨੋਖਾ ਚਿੱਤਰ ਹੈ। ਇਸ ਚਿੱਤਰ ਵਰਗਾ ਕੋਈ ਚਿੱਤਰ ਦੁਨੀਆ 'ਚ ਨਹੀਂ ਹੋਏਗਾ, ਕੋਈ ਚਿੱਤਰਕਾਰੀ, ਕੋਈ ਪੇਂਟਿੰਗ ਨਹੀਂ ਹੋਏਗੀ ਜਿਹੋ ਜਿਹੀ ਪੇਂਟਿੰਗ ਇਹ ਹੈ। ਚੱਚੈ ਰਚਿਤ ਚਿੱਤ ਹੈ ਭਾਰੀ। ਪਰ ਇਹਦੇ ਨਾਲ ਕਰਨਾ ਕੀ ਹੈ? ਚੱਚੈ ਚਰਿਤਰ ਰਚਿਤ ਚਿੱਤ ਹੈ ਭਾਰੀ, ਤਜ ਚਿੱਤੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਜ ਚਿਤਰੈ ਚਿਤ ਰਾਖ ਚਿਤੇਰਾ। ਇਹ ਭਾਈ ਜਿਹੜਾ ਇਹ ਚਿੱਤਰ ਹੈ ਇਸ ਨੂੰ ਪਾਸੇ ਕਰਕੇ ਚੇਤੋ ਚਿਤਕਾਰੀ, ਉਹ ਚਿੱਤਰਕਾਰ ਪਰਮਾਤਮਾ ਨੂੰ ਚੇਤੇ ਕਰ। ਬਸ ਇਸ ਚਿੱਤਰ ਦੀ ਤਾਰੀਫ ਨਾ ਕਰੀ ਜਾ, ਪਰ ਬਣਾਉਣ ਵਾਲੇ ਅਸਲ ਤਾਰੀਫ ਤੇ ਉਸ ਬਣਾਉਣ ਵਾਲੇ ਦੀ ਹੈ ਨਾ। ਕੋਈ ਤਸਵੀਰ ਹੈ, ਕੋਈ ਪੇਂਟਿੰਗ ਹੈ, ਹਾਂ ਪੇਂਟਿੰਗ ਸੋਹਣੀ ਹੈ, ਉਸ ਨੂੰ ਵੇਖ ਕੇ ਸਾਨੂੰ ਬੜਾ ਸੋਹਣਾ ਲੱਗ ਰਿਹਾ ਹੈ, ਪਰ ਤਾਰੀਫ ਕਿਹਦੀ ਕਰਾਂਗੇ? ਉਸ ਬਣਾਉਣ ਵਾਲੇ ਦੀ, ਜਿਹਨੇ ਉਹ ਪੇਂਟਿੰਗ ਬਣਾਈ ਹੈ, ਜਿਹਨੇ ਉਹ ਚਿੱਤਰ ਬਣਾਇਆ ਹੈ। ਉਸ ਛੋਟੀ ਜੀ ਕੋਈ ਪੇਂਟਿੰਗ ਨੂੰ ਵੇਖ ਕੇ ਸਿੱਧਾ ਸਾਡਾ ਪਹਿਲਾ ਸਵਾਲ ਹੀ ਇਹ ਹੁੰਦਾ ਹੈ, ਭਾਈ ਪੇਂਟਿੰਗ ਕਿਹਨੇ ਬਣਾਈ ਹੈ? ਬੜੀ ਸੋਹਣੀ ਲੱਗ ਰਹੀ ਹੈ। ਉਸ ਪੇਂਟਿੰਗ ਬਣਾਉਣ ਵਾਲੇ ਵੱਲ ਸਾਡਾ ਧਿਆਨ ਸਭ ਤੋਂ ਪਹਿਲਾਂ ਗਿਆ। ਸੰਸਾਰ ਵਿੱਚ ਰਹਿੰਦੇ ਆ, ਪਰ ਅਧਿਆਤਮ ਖੇਤਰ ਦੇ ਵਿੱਚ ਸੰਸਾਰ ਨੂੰ ਜਿਸ ਰੱਬ ਨੇ ਬਣਾਇਆ, ਇੰਨਾ ਅਨੋਖਾ ਚਿੱਤਰ ਬਣਾਇਆ ਜਿਹਦੇ ਵਰਗਾ ਕੋਈ ਹੈ ਹੀ ਨਹੀਂ। ਇਸ ਸੰਸਾਰ ਨੂੰ ਵੇਖ ਕੇ ਉਹ ਰੱਬ ਭੁੱਲਦਾ ਹੈ, ਉਹ ਚਿੱਤਰਕਾਰ ਭੁੱਲ ਜਾਂਦਾ ਹੈ। ਕਿੱਡੀ ਹੈਰਾਨ ਦੀ ਗੱਲ ਹੈ। ਤੇ ਭਗਤ ਕਬੀਰ ਜੀ ਨੇ ਜੋ ਬਚਨ ਕੀਤੇ ਨੇ, ਸੱਸ ਕੀਨੋ ਸੂਰ ਗਿਰਾਸਾ, ਚੰਦ ਸੂਰਜ ਦੋਇ ਜੋਤ ਸਰੂਪ, ਕਿ ਜੋ ਚੰਨ ਤੇ ਸੂਰਜ ਹਨ ਉਹ ਬਾਹਰੀ ਤੌਰ ਤੇ ਜੋ ਪ੍ਰਕਾਸ਼ ਦੇਣ ਵਾਲੇ ਸਰੂਪ ਹਨ, ਸਰੋਤ ਕਹਿ ਲੋ, ਕਹਿੰਦੇ ਸਰੋਤ ਬਣਾਏ ਨੇ। ਚੰਦ ਸੂਰਜ ਦੋਇ ਜੋਤ ਸਰੂਪ, ਚਾਨਣ ਦੇਣ ਵਾਲੇ ਦੋ ਸੋਮੇ ਬਣਾਏ ਨੇ, ਚੰਨ ਤੇ ਸੂਰਜ। ਬਾਹਰੀ ਤੌਰ ਤੇ ਪ੍ਰਕਾਸ਼ ਦੇਣ ਲਈ ਰੱਬ ਨੇ ਇਹ ਦੋ ਦੀਵੇ ਸਿਰਜੇ ਹਨ, ਜੋਤੀ ਅੰਤਰ ਬ੍ਰਹਮ ਸਰੂਪ। ਪਰ ਇਹ ਭਾਈ ਇਹਨਾਂ ਦੇ ਵਿੱਚ ਜੋ ਜੋਤੀ ਹੈ, ਜੋ ਪ੍ਰਕਾਸ਼ ਸਰੂਪ ਹੈ, ਉਹ ਤੇ ਪਰਮਾਤਮਾ ਹੀ ਹੈ। ਜੋਤ ਜੋਤੀ ਅੰਤਰ ਬ੍ਰਹਮ ਅਨੂਪ। ਉਸ ਜੋਤੀ ਦੇ ਵਿੱਚ, ਉਸ ਪ੍ਰਕਾਸ਼ ਦੇ ਵਿੱਚ ਤੇ ਅਨੂਪ ਬ੍ਰਹਮ ਹੀ ਹੈ, ਤਾਂ ਹੀ ਉਹ ਜਗਮਗ ਹਨ। ਤੇ ਗਾਂ ਬਚਨ ਕਰ ਰਹੇ ਨੇ, ਕਹੋ ਰੇ ਗਿਆਨੀ ਬ੍ਰਹਮ ਵਿਚਾਰ, ਐ ਬ੍ਰਹਮ ਵਿਚਾਰ ਕਹੋ ਕਰ ਰੇ ਗਿਆਨੀ। ਇਹ ਗਿਆਨਵਾਨ ਮਨੁੱਖ, ਇਹ ਸਿਆਣੇ ਮਨੁੱਖ ਬ੍ਰਹਮ ਵਿਚਾਰ ਤਾਂ ਕਰਕੇ ਉਸ ਬ੍ਰਹਮ ਦੀ ਵਿਚਾਰ ਕਰ। ਸਾਰਿਆਂ 'ਚ ਸਮਾਏ ਹੋਏ ਇਸ ਪਰਮਾਤਮਾ ਵੱਲ ਧਿਆਨ ਕਰ। ਜੋਤੀ ਅੰਤਰ ਧਰਿਆ ਪਸਾਰ ਰਹਾਓ। ਜਿਸ ਪਰਮਾਤਮਾ ਨੇ ਸਾਰੇ ਪਸਾਰੇ ਦੇ ਵਿੱਚ ਆਪਣੀ ਜੋਤੀ ਨੂੰ ਧਰਿਆ ਹੈ, ਆਪਣੇ ਜੀਵਨ ਸੱਤਿਆਂ ਨੂੰ ਟਿਕਾਇਆ ਹੋਇਆ ਹੈ, ਉਸ ਰੱਬ ਨੂੰ ਚੇਤੇ ਕਰ, ਉਸ ਬ੍ਰਹਮ ਦੀ ਵਿਚਾਰ ਕਰ। ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸਮਝਾਉਣਾ ਕੀਤਾ ਹੈ, ਉਹਦਾ ਅਰਥ ਇਹ ਹੈ ਕਿ ਬੰਦਿਆ, ਜੋ ਕੁਝ ਸੰਸਾਰ 'ਚ ਦਿਸੇ ਨਾ, ਉਹ ਹਰ ਇੱਕ ਸ਼ੈ ਤੈਨੂੰ ਰੱਬ ਨਾਲ ਜੋੜਦੀ ਨਜ਼ਰ ਆਏਗੀ। ਜਿਸ ਵੀ ਤੱਤ ਨੂੰ, ਜਿਸ ਪਦਾਰਥ ਨੂੰ ਤੱਕੇ, ਉਹ ਹਰ ਇੱਕ ਪਦਾਰਥ ਤੈਨੂੰ ਪਰਮਾਤਮਾ ਨਾਲ ਜੋੜਦਾ ਹੋਇਆ ਨਜ਼ਰ ਆਏਗਾ। ਆਪਣਾ ਯੋਗਦਾਨ ਪਾਉਂਦਾ ਨਜ਼ਰ ਆਏਗਾ। ਪਰਮਾਤਮਾ ਦੀ ਭਗਤੀ ਵਿੱਚ ਤੈਨੂੰ ਜੁੜਨ ਦਾ ਯਤਨ ਕਰੇਗਾ। ਬਸ ਤੇਰਾ ਆਪਣਾ ਧਿਆਨ ਚਾਹੀਦਾ ਹੈ, ਤੇਰੀ ਆਪਣੀ ਸੁਰਤ, ਆਪਣੀ ਸੋਚ ਚਾਹੀਦੀ ਹੈ। ਜਦੋਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤੇ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਰੂਪ, ਨਾਨਕ ਸਦਾ ਧਿਆਈਐ। ਧਿਆਵਨ ਜਿਹੜਾ ਹੈ ਜਿਸ ਪਰਮਾਤਮਾ ਨੇ, ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
ਜਦੋਂ ਭੋਜਨ ਛਕਦਾ ਹੈ, 36 ਪ੍ਰਕਾਰ ਦੇ ਭੋਜਨ ਸਾਹਮਣੇ ਆ ਕੇ ਰੱਖੇ ਜਾਣ, ਉਦੋਂ ਇੱਕਦਮ ਪਰਮਾਤਮਾ ਚੇਤੇ ਆਵੇ, ਮਾਲਕ ਜੀਓ ਤੂੰ ਭੋਜਨ ਦਿੱਤਾ ਹੈ, ਜੇ ਨਾ ਤੇਰੀ ਮਿਹਰ ਹੁੰਦੀ ਭੁੱਖੇ ਰਹਿ ਜਾਣਾ ਸੀ। ਕਿੰਨੀ ਖਲਕਤ ਹੈ, 2 ਟਾਈਮ ਦਾ ਰਜਵਾ ਪ੍ਰਸ਼ਾਦਾ ਵੀ ਨਹੀਂ ਮਿਲਦਾ ਪਿਆ ਸੀ, ਤੇਰੀ ਮਿਹਰ ਨਾਲ ਪ੍ਰਸ਼ਾਦਾ ਛਕ ਰਹੇ ਆ। ਜੇ ਪ੍ਰਸਾਦ ਦੇ ਸੰਗ ਸੁਖ ਬਸਣਾ, ਤੂੰ ਘਰ ਦਿੱਤਾ ਹੋਇਆ ਹੈ, ਘਰ ਦੇ ਵਿੱਚ ਬੈਠੇ ਸੀ, ਗਰਮੀ ਸਰਦੀ ਤੋਂ ਬਚ ਰਹੇ ਹਾਂ, ਸਿਰ ਤੇ ਛੱਤ ਦਿੱਤੀ ਹੋਈ ਹੈ, ਤੇਰਾ ਧੰਨਵਾਦ ਹੈ, ਸ਼ੁਕਰਾਨਾ ਹੈ। ਕਿੰਨੀ ਖਲਕਤ ਹੈ, ਬਿਨਾਂ ਛੱਤ ਤੋਂ ਖੁੱਲੇ ਸਮਾਨ ਥੱਲੇ ਪਏ ਰਹਿੰਦੇ ਨੇ, ਗਰਮੀ ਸਰਦੀ ਦਾ ਦੁੱਖ ਸਹਾਰਦੇ ਨੇ। ਹਰ ਇੱਕ ਸ਼ੈ ਸਾਨੂੰ ਰੱਬ ਚੇਤੇ ਕਰਾਉਂਦੀ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਨੇ ਸਾਨੂੰ ਆਖਿਆ ਪਈ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹ ਪਰਮਾਤਮਾ ਦਾ ਵਾਸਾ ਹੈ, ਕੁਦਰਤ ਹੈ, ਇਹ ਸੰਸਾਰ ਹੈ, ਜਿਸ ਨੂੰ ਕੁਦਰਤ ਨੂੰ ਵੇਖ ਕੇ ਸੰਸਾਰ ਰੱਬ ਚੇਤੇ ਨਹੀਂ ਆਇਆ, ਪਰਮਾਤਮਾ ਚੇਤੇ ਨਹੀਂ ਆਇਆ, ਉਹਨੂੰ ਕਿਸੇ ਵਿਧੀ ਨਾਲ ਆ ਹੀ ਨਹੀਂ ਸਕਦਾ। ਰੱਬ ਨੂੰ ਚੇਤੇ ਕਰਨ ਦਾ, ਰੱਬ ਨਾਲ ਜੁੜਨ ਦਾ ਸਭ ਤੋਂ ਪਹਿਲਾ ਜ਼ਰੀਆ ਕੁਦਰਤ ਜੇ। ਰੱਬ ਨਾਲ ਧਿਆਨ ਜੋੜਨ ਦਾ, ਰੱਬ ਨਾਲ ਸਾਂਝ ਪਾਉਣ ਦਾ, ਰੱਬ ਨੂੰ ਚੇਤੇ ਕਰਨ ਤੇ ਆਉਣ ਦਾ ਸਭ ਤੋਂ ਪਹਿਲਾ ਜੋ ਜ਼ਰੀਆ ਉਹ ਕੁਦਰਤ ਹੈ। ਜੇ ਕੁਦਰਤ ਸਾਨੂੰ, ਕੁਦਰਤ ਵਿੱਚੋਂ ਸਾਨੂੰ ਰੱਬ ਦੀ ਪਛਾਣ ਨਹੀਂ ਹੋ ਰਹੀ, ਜੇ ਕੁਦਰਤ ਦੇਖ ਕੇ ਸਾਨੂੰ ਚੇਤੇ ਨਹੀਂ ਆਉਂਦਾ ਪਿਆ ਉਹ ਰੱਬ, ਭਾਵੇਂ ਜਿੰਨੇ ਮਰਜ਼ੀ ਧਾਰਮਿਕ ਕਰਮ ਕਰ ਲਓ ਜਾਂ ਵੇਦ ਸ਼ਾਸਤਰ ਜਾਂ ਜਿੰਨੀ ਮਰਜ਼ੀ ਅਸਾਂ ਜੋ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਾਪ ਜਪ ਲਓ, ਪਰ ਉਸ ਰੱਬ ਦਾ ਅਹਿਸਾਸ ਸਾਨੂੰ ਨਹੀਂ ਹੋਏਗਾ। ਸਭ ਤੋਂ ਪਹਿਲਾਂ ਅਹਿਸਾਸ ਉਸ ਰੱਬ ਦਾ ਸਾਨੂੰ ਕੁਦਰਤ ਚੋਂ ਹੀ ਹੋਣਾ ਹੈ। ਸਭ ਤੋਂ ਪਹਿਲਾਂ ਦੀਦਾਰ ਉਸ ਰੱਬ ਦਾ ਸਾਨੂੰ ਕੁਦਰਤ ਚੋਂ ਹੀ ਹੋਣਾ ਹੈ। ਜੇ ਰੱਬ ਕੁਦਰਤ ਚੋਂ ਨਹੀਂ ਨਜ਼ਰ ਆਇਆ, ਜਿਸ ਨੂੰ ਖਲਕਤ ਵੀ ਬਾਣੀ ਨੇ ਕਿਹਾ ਹੈ, ਖਾਲਕ ਖਲਕ ਖਲਕ ਵਸੈ ਰਬ ਮਾਹੀ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ। ਜੇ ਖਲਕਤ ਚੋਂ ਰੱਬ ਨਹੀਂ ਦਿਸਿਆ ਤੇ ਅਸੀਂ ਕਿਵੇਂ ਵਿਚਾਰ ਕਰਾਂਗੇ, ਕਿਵੇਂ ਸੋਚੀ ਬੈਠੇ ਹਾਂ ਕਿ ਜੀ ਸਾਨੂੰ ਗ੍ਰੰਥਾਂ ਚੋਂ, ਸਾਨੂੰ ਬਾਣੀ ਚੋਂ ਰੱਬ ਮਿਲ ਜਾਏਗਾ। ਜੇ ਖਲਕਤ ਚੋਂ ਨਹੀਂ ਦਿਸਿਆ, ਖਲਕਤ ਚੋਂ ਹੀ ਅਹਿਸਾਸ ਨਹੀਂ ਹੋਇਆ ਤੇ ਬਾਣੀ ਚੋਂ ਅਹਿਸਾਸ ਕਿਵੇਂ ਹੋ ਜਾਏਗਾ? ਭਈ ਬਾਣੀ ਚੋਂ ਵੀ ਤੇ ਉਹਨਾਂ ਨੂੰ ਹੀ ਦਿਸੇਗਾ ਨਾ ਜਿਹਦੇ ਹਿਰਦੇ 'ਚ ਦਇਆ ਹੋਏਗੀ, ਧਰਮ ਹੋਏਗਾ, ਸੰਤੋਖ ਹੋਏਗਾ। ਤੇ ਜੇ ਇਹ ਗੁਣ ਟਿਕੇ ਨੇ ਤੇ ਫਿਰ ਖਲਕਤ ਵਿੱਚੋਂ ਵੀ ਦੀਦਾਰ ਆਪੇ ਹੋ ਜਾਣਗੇ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਬੜੀ ਸੋਹਣੀ ਗੱਲ ਹੈ। ਕਹਿੰਦੇ ਇੱਕ ਮਨੁੱਖ ਜਿਸ ਨੂੰ ਪਰਮਾਤਮਾ ਨੂੰ ਮਿਲਣ ਦੀ ਬੜੀ ਚਾਹਨਾ ਸੀ, ਬਹੁਤ ਖਿੱਚ ਸੀ, ਜੇ ਮੈਂ ਰੱਬ ਨੂੰ ਮਿਲਾਂ, ਮੈਂ ਸੁਦੀਨ ਦੁਨੀ ਦੇ ਮਾਲਕ ਪਰਮਾਤਮਾ ਦਾ ਦੀਦਾਰ ਕਰਾਂ। ਉਹ ਹਰ ਕਿਸੇ ਤੋਂ ਪੁੱਛੇ, ਜੋ ਵੀ ਕੋਈ ਦੱਸੇ ਉਸ ਉਪਾਅ ਨੂੰ ਵੀ ਕਰੇ, ਕਿਉਂ ਖਿੱਚ ਇਹੋ ਜਿਹੀ ਹੁੰਦੀ ਹੈ, ਮਨ ਦੀ ਤੜਪ, ਮਨ ਦੀ ਖਿੱਚ ਇਹੋ ਜਿਹੀ ਹੈ। ਆਖਿਰਕਾਰ ਕਹਿੰਦੇ ਕਿਸੇ ਨੇ ਦੱਸ ਪਾ ਦਿੱਤੀ, ਕਹਿੰਦੇ ਭਾਈ ਤੂੰ ਰੱਬ ਨੂੰ ਮਿਲਣਾ ਚਾਹੁੰਦਾ, ਉਹਨੂੰ ਟਿਕਾਣਾ ਦੱਸ ਦਿੱਤਾ, ਪਰ ਟਿਕਾਣਾ ਜਿਹੜਾ ਦੱਸਿਆ ਨਾ ਬੜਾ ਔਖਾ ਰਾਹ ਸੀ, ਬੜਾ ਔਖਾ ਰਾਹ ਸੀ। ਕਹਿੰਦੇ ਦੂਰ ਜਾਏਗਾ, ਉੱਥੇ ਸਮੁੰਦਰ ਪਏਗਾ, ਸਮੁੰਦਰ ਨੂੰ ਪਾਰ ਕਰਨਾ ਹੋਏਗਾ, ਔਖੀਆਂ ਘਾਟੀਆਂ ਪੈਣਗੀਆਂ, ਉੱਚੀਆਂ ਪਹਾੜੀਆਂ ਹੋਣਗੀਆਂ, ਉਹਨੂੰ ਵੀ ਲੰਘ ਕੇ ਅਗਾਂਹ ਜਾਣਾ ਪਏਗਾ ਤੇ ਅਗਾਂਹ ਜਾ ਕੇ ਬਨਾਂ ਨੂੰ ਪਾਰ ਕਰਕੇ, ਜੰਗਲ ਨੂੰ ਪਾਰ ਕਰਕੇ ਘਰ ਤੈਨੂੰ ਨਜ਼ਰ ਆਏਗਾ, ਉਹ ਰੱਬ ਦਾ ਘਰ ਹੈ। ਸਮਝਣ ਖਾਤਰ ਇਹ ਗੱਲ ਹੈ, ਸਮਝਣ ਵਿਚਾਰ ਸਮਝਣ ਲਈ। ਕਹਿੰਦੇ ਉੱਥੇ ਤੈਨੂੰ ਰੱਬ ਦਾ ਘਰ ਮਿਲ ਜਾਏਗਾ। ਇਹ ਬੜਾ ਖੁਸ਼ ਹੋ ਗਿਆ ਜੀ, ਕਿਸੇ ਨੇ ਮੁਕੰਮਲ ਰਾਹ ਦੱਸ ਦਿੱਤਾ, ਔਖਿਆਈ ਕਿੰਨੀ ਹੋਵੇ ਮੈਂ ਜਾਵਾਂਗਾ। ਇਹ ਚਲਾ ਗਿਆ, ਸਾਗਰ ਪਾਰ ਕੀਤੇ, ਜੰਗਲ ਬਨ ਪਾਰ ਕਰ ਗਿਆ, ਉੱਚੀਆਂ ਪਹਾੜੀਆਂ ਵੀ ਚੜ ਗਿਆ। ਆਖਿਰਕਾਰ ਜਦੋਂ ਪਹੁੰਚਦਾ ਮਿੱਥੀ ਹੋਈ ਥਾਂ ਤੇ, ਦੱਸੀ ਹੋਈ ਥਾਂ ਤੇ ਵਾਕਈ ਇੱਕ ਬਣਿਆ ਹੋਇਆ ਘਰ ਵੀ ਦਿਸਿਆ। ਬੜਾ ਖੁਸ਼ ਹੋਇਆ,
ਬਹੁਤ ਖੁਸ਼ ਹੋ ਰਿਹਾ ਵੇਖ ਕੇ ਜੀ ਸਹੀ ਰਾਹ ਤੇ ਮੈਂ ਚੱਲਿਆ ਤੇ ਅੱਜ ਘਰ ਮਿਲ ਗਿਆ, ਅੱਜ ਰੱਬ ਦੇ ਦੀਦਾਰ ਹੋ ਹੀ ਜਾਣੇ ਨੇ, ਅੱਜ ਮੇਰੀ ਜੋ ਸੋਚ ਹੈ, ਮੇਰੀ ਜੋ ਤੜਪ ਸੀ ਅੱਜ ਪੂਰੀ ਹੋ ਜਾਣੀ ਹੈ। ਬੜੀ ਖੁਸ਼ੀ ਨਾਲ ਉਸ ਘਰ ਵੱਲ ਨੂੰ ਵੱਧਦਾ ਹੈ। ਜਿਉਂ ਹੀ ਦਰਵਾਜ਼ਾ ਖੜਕਾਉਣ ਲੱਗਦਾ ਹੈ, ਉਸ ਦਰਵਾਜ਼ੇ ਤੇ ਕੁਝ ਲਾਈਨਾਂ ਲਿਖੀਆਂ ਸਨ। ਉਸ ਦਰਵਾਜ਼ੇ ਤੇ ਕੁਝ ਪੰਕਤੀਆਂ ਲਿਖੀਆਂ ਸਨ। ਉਹਨਾਂ ਪੰਕਤੀਆਂ ਨੂੰ ਵੇਖ ਕੇ ਉਦਾਸ ਹੋ ਜਾਂਦਾ ਹੈ, ਉਹਨਾਂ ਪੰਕਤੀਆਂ ਨੂੰ ਪੜ੍ਹ ਕੇ, ਲਾਈਨਾਂ ਨੂੰ ਪੜ੍ਹ ਕੇ ਉਦਾਸ ਹੋ ਜਾਂਦਾ ਹੈ, ਉਹਨਾਂ ਨੂੰ ਪੜ੍ਹ ਕੇ ਉਦਾਸ ਹੋ ਜਾਂਦਾ ਹੈ। ਜਿਹਦੇ ਵਿੱਚ ਇੱਕ ਰੁਬਾਈ ਦੇ ਰਾਹੀਂ ਸਮਝਾਉਣਾ ਕੀਤਾ ਹੈ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਉਹ ਰੁਬਾਈ ਲਿਖੀ ਹੈ। ਕਹਿੰਦੇ ਉੱਚੇ ਨੀਵੇਂ ਬਨ ਪਰਵਤ ਲੰਘ ਜਾ ਕੰਦਰਾਂ ਵਿੱਚ ਵੜਿਆ। ਕਿ ਬੜੀ ਮੁਸ਼ਕਿਲਾਂ ਦਾ ਸਾਹਮਣਾ ਉਹਨੇ ਕੀਤਾ। ਉੱਚੇ ਨੀਵੇਂ ਬਨ ਪਰਵਤ ਲੰਘ ਜਾ ਕੰਦਰਾਂ ਵਿੱਚ ਵੜਿਆ। ਤੇ ਜਦੋਂ ਇਹਨਾਂ ਨੂੰ ਲੰਘਦਿਆਂ ਹੋਇਆ ਹੋਰ ਉਚੇਰਾ ਚੜਿਆ। ਦਾਤੇ ਦੇ ਦਰ ਬੰਦ ਸੀ ਬੂਹੇ, ਲਿਖਿਆ ਸੀ ਮੁੜ ਜਾ ਤੂੰ, ਕਾਇਰ ਹਠੀ ਕਮੀਨੇ ਬੂਹਾ ਨਾ ਖੜਕਾ ਤੂੰ। ਉੱਤੇ ਕੁਝ ਲਿਖਿਆ ਹੋਇਆ ਸੀ। ਦਾਤੇ ਦੇ ਦਰ ਬੰਦ ਸੀ ਬੂਹੇ, ਲਿਖਿਆ ਸੀ ਮੁੜ ਜਾ ਤੂੰ, ਕਾਇਰ ਹਠੀ ਕਮੀਨੇ ਬਾਗੀ ਬੂਹਾ ਨਾ ਖੜਕਾ ਤੂੰ। ਉਹ ਦੀਨਾ ਦਾ ਨਾ ਦੁਰਖ, ਦੀਨਾ ਦਾ ਨਾ ਦੁੱਖ ਵੰਡਾਇਆ। ਦੀਨ ਬੰਦ ਚਾਹੇ ਮਿਲਣਾ। ਮੈਨੂੰ ਤੂੰ ਦੀਨ ਬੰਧੂ ਕਹਿੰਦਾ ਹੈ, ਮੈਨੂੰ ਤੂੰ ਅਨਾਥਾਂ ਦਾ ਨਾਥ ਕਹਿੰਦਾ ਹੈ, ਤੇ ਉਹਨਾਂ ਦੁਖੀਆਂ ਦੇ ਦੁੱਖਾਂ ਨੂੰ ਵੇਖ ਵੇਖ ਕੇ ਉਹਨਾਂ ਤੋਂ ਭੱਜ ਕੇ ਦੌੜ ਕੇ ਆ ਗਿਆ। ਕਾਇਰ ਹਠੀ ਕਮੀਨੇ ਬਾਗੀ ਬੂਹਾ ਨਾ ਖੜਕਾ ਤੂੰ। ਉਹ ਦੀਨਾ ਦਾ ਨਾ ਦੁਰਖ ਵੰਡਾਇਆ। ਦੀਨ ਬੰਦ ਚਾਹੇ ਮਿਲਣਾ, ਜਾਂ ਪਹਿਲਾਂ ਦੁਖੀਆਂ ਕੇ ਵੇੜੇ, ਮੁੜ ਮੇਰੇ ਵੱਲ ਆ ਤੂੰ। ਪਹਿਲਾਂ ਉਹਨਾਂ ਦੀਨਾਂ ਦੇ ਦੁਖੀਆਂ ਦੇ ਵੇੜੇ 'ਚ ਜਾ, ਉਹਨਾਂ ਦੇ ਨਾਲ ਰਹੋ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਯਤਨ ਕਰ। ਵੇਖੀ ਫਿਰ ਮੇਰੇ ਵੱਲ ਆਵੀਂ, ਉਦੋਂ ਤੇਰੇ ਨੂੰ ਦੀਦਾਰ ਹੋਣਗੇ, ਉਦੋਂ ਮੈਂ ਤੈਨੂੰ ਦਰਸ਼ਨ ਦਿਆਂਗਾ। ਜਿਹਨੂੰ ਬਾਣੀ ਦੀ ਗਵਾਹੀ ਮਿਲਦੀ ਹੈ, ਜਿਹਨੂੰ ਬਾਣੀ ਦੀ ਗਵਾਹੀ ਸਾਨੂੰ ਮਿਲਦੀ ਹੈ, ਅਗਵਾਈ ਮਿਲਦੀ ਹੈ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਇਸ ਵਾਸਤੇ ਅਸੀਂ ਗੱਲ ਕੀਤੀ ਹੈ ਕਿ ਕੁਦਰਤ ਵਿੱਚੋਂ ਰੱਬ ਦੀ ਪਛਾਣ ਪਹਿਲਾਂ ਹੈ। ਜਿਸ ਖਲਕਤ ਵਿੱਚ, ਜਿਸ ਕੁਦਰਤ ਦੇ ਵਿੱਚ ਬਲਿਹਾਰੀ ਕੁਦਰਤ ਵਸਿਆ, ਉਸ ਵਸਦੇ ਕੁਦਰਤ ਵਸਦੀ ਹੋਈ ਕੁਦਰਤ ਵਿੱਚੋਂ ਜਿਸ ਰੱਬ ਦਾ ਅਹਿਸਾਸ ਨਾ ਹੋਇਆ, ਅਸੀਂ ਕਿਹੜੇ ਗ੍ਰੰਥ ਚੋਂ ਉਸ ਨੂੰ ਖੋਜਾਂਗੇ? ਅਸੀਂ ਕਿਹੜੇ ਧਰਮ ਕਰਕੇ ਉਸ ਨੂੰ ਪਾ ਲਵਾਂਗੇ? ਬਾਣੀ ਸਾਨੂੰ ਇਹੀ ਤੇ ਸਿਖਾਉਂਦੀ ਹੈ। ਬਾਣੀ ਕੀ ਹੈ? ਬਾਣੀ ਕੀ ਹੈ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਇਹ ਰੱਬ ਦਾ ਗਿਆਨ ਹੀ ਹੈ ਨਾ। ਇਹ ਰੱਬ ਤੋਂ ਧੁਰ ਕੀ ਬਾਣੀ ਆਈ, ਇਹ ਧੁਰ ਦੀ ਬਾਣੀ ਹੈ ਨਾ। ਉਸ ਰੱਬ ਦੇ ਆਪਣੇ ਕਹੇ ਹੋਏ ਬੋਲ ਹੀ ਨੇ ਨਾ। ਇਹ ਰੱਬ ਦੇ ਆਪਣੇ ਹੋਏ ਕਹੇ ਹੋਏ ਬੋਲ ਨੇ। ਹੁਣ ਇੱਥੇ ਨਹੀਂ ਅਸੀਂ ਬਾਣੀ ਦਾ ਪਾਠ ਕਰ ਲਿਆ ਤੇ ਰੱਬ ਪ੍ਰਗਟ ਹੋ ਗਿਆ। ਇਹ ਕੋਈ ਇਹੋ ਜਿਹਾ ਮੰਤਰ ਤੇ ਨਹੀਂ ਜਿਸ ਨੂੰ ਪੜਿਆ ਤੇ ਚੀਜ਼ ਸਾਹਮਣੇ ਪ੍ਰਗਟ ਹੋ ਗਈ। ਇਹ ਰੱਬ ਦਾ ਉਪਦੇਸ਼ ਹੈ, ਇਹ ਰੱਬ ਦਾ ਕਲਾਮ ਹੈ, ਇਹ ਰੱਬ ਦੇ ਵੱਲੋਂ ਦਿੱਤੀਆਂ ਹਿਦਾਇਤਾਂ ਨੇ, ਕੁਝ ਉਸ ਵੱਲੋਂ ਕੀਤੇ ਹੋਏ ਉਪਦੇਸ਼ ਨੇ, ਜਿਨ੍ਹਾਂ 'ਚ ਉਪਦੇਸ਼ ਇਹੀ ਲਿਖਿਆ ਹੋਇਆ ਹੈ ਭਈ ਸੰਸਾਰ 'ਚ ਕਿਵੇਂ ਰਹੀਦਾ ਹੈ, ਕੁਦਰਤ ਵਿੱਚੋਂ ਕਿਵੇਂ ਕਾਦਰ ਨੂੰ ਵੇਖੀਦਾ ਹੈ,
ਕਿਵੇਂ ਉਸ ਪਰਮਾਤਮਾ ਦੀ ਸੇਵਾ ਕਰੀਦੀ ਹੈ? ਜਦੋਂ ਉਸ ਰੱਬ ਦੇ ਦੱਸੇ ਹੋਏ ਉਪਦੇਸ਼ਾਂ ਨੂੰ ਕਮਾਵਾਂਗੇ, ਜਦੋਂ ਉਸ ਰੱਬ ਦੇ ਕਲਾਮ ਨੂੰ ਪੜ੍ਹ ਕੇ ਆਪਣੇ ਹਿਰਦੇ 'ਚ ਵਸਾਵਾਂਗੇ, ਆਪੇ ਉਹ ਰੱਬ ਖੁਸ਼ ਹੋ ਜਾਏਗਾ, ਆਪੇ ਉਹਨੂੰ ਆ ਕੇ ਮਿਲ ਜਾਏਗਾ। ਉਸ ਅਵਸਥਾ ਦੇ ਵਿੱਚ ਫਿਰ ਖੋਜਣ ਦੀ ਲੋੜ ਨਹੀਂ, ਉਸ ਅਵਸਥਾ ਦੇ ਵਿੱਚ ਉਸ ਰੱਬ ਤੱਕ ਪਹੁੰਚਣ ਦੀ ਲੋੜ ਨਹੀਂ, ਭਾਲਣ ਦੀ ਲੋੜ ਨਹੀਂ ਹੈ। ਉਹ ਪਰਮਾਤਮਾ ਆਪ ਦੌੜਦਾ ਆਏਗਾ, ਆਪ ਦੌੜਦਾ ਆਏਗਾ। ਤੇ ਜਿਸ ਮਨੁੱਖ ਨੇ ਕੁਦਰਤ ਵਿੱਚੋਂ, ਸੰਸਾਰ ਚੋਂ, ਖਲਕਤ ਚੋਂ ਰੱਬ ਦਾ ਅਹਿਸਾਸ ਨਾ ਹੋਇਆ, ਦੇਖੋ ਬਾਣੀ ਦਾ ਜੋ ਸ਼ਬਦ ਹੈ, ਉਦਾਹਰਣ ਉਹਦੇ ਵਿੱਚੋਂ ਸਨਾਤਨ ਧਰਮ ਚੋਂ ਦਿੱਤੀ ਹੈ, ਪਰ ਉਪਦੇਸ਼ ਉੱਥੇ ਪਰਮਾਤਮਾ ਦਾ ਹੈ। ਉੱਥੇ ਵਡਿਆਈ ਇਹ ਨਹੀਂ ਹੈ ਕਿ ਇਹਨਾਂ ਦੀ ਕੀਤੀ ਹੋਵੇ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੇ। ਰਾਜਨ ਕੌਣ ਤੁਮਾਰੇ ਆਵੇ, ਜਦੋਂ ਦੁਰਯੋਧਨ ਕਹਿੰਦਾ ਹੈ, ਸ਼ਿਕਾਇਤ ਕਰਦਾ ਹੈ, ਗਿਲਾ ਕਰਦਾ ਹੈ ਕ੍ਰਿਸ਼ਨ ਨੂੰ ਕਿ ਤੁਸੀਂ ਮੇਰੇ ਘਰ 'ਚ ਨਹੀਂ ਆਏ, ਉਸ ਬਿਦਰ ਦੇ ਘਰ ਦੇ ਵਿੱਚ ਗਏ ਹੋ, ਤੇ ਜਾਣਾ ਵੀ ਚਲੋ ਅਲੱਗ ਗੱਲ ਹੈ, ਉੱਥੇ ਬਹਿ ਕੇ ਤੁਸੀਂ ਪ੍ਰਸ਼ਾਦਾ ਪਾਣੀ ਵੀ ਛਕਿਆ, ਉਹ ਸੁੱਖਾ ਮਿੱਸਾ ਪ੍ਰਸ਼ਾਦਾ ਖਾਦਾ ਹੈ। ਕਿਉਂ? ਤੁਹਾਨੂੰ ਤੇ ਮੇਰੇ ਕੋਲ ਆਉਣਾ ਚਾਹੀਦਾ ਸੀ। ਉਦੋਂ ਉਸ ਸਮਾਂ ਦੇ ਵਿੱਚ ਉਸ ਧਰਮ ਦੇ ਲੋਕ ਜਿਹੜੇ ਕ੍ਰਿਸ਼ਨ ਨੂੰ ਰੱਬ ਮੰਨਦੇ ਸੀ, ਰੱਬ ਕਰਕੇ ਉਹਨੂੰ ਆਪਣੇ ਘਰ ਬੁਲਾਉਣਾ ਚਾਹੁੰਦੇ ਸਨ। ਉਦੋਂ ਪਰਮਾਤਮਾ ਦਾ, ਉਦੋਂ ਉਸ ਕ੍ਰਿਸ਼ਨ ਦਾ ਭਾਉ ਰੱਬ ਦੇ ਕਹੇ ਹੋਏ ਬੋਲ, ਰਾਜਨ ਕੌਣ ਤੁਮਾਰੇ ਆਵੇ, ਤੇਰੇ ਘਰ ਆਖਿਰਕਾਰ ਕੌਣ ਆਏ, ਕੀ ਕਰਨ ਆਏ, ਕਿਵੇਂ ਆ ਜਾਂਦੇ। ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਜੋ ਉਸ ਦਾ ਪ੍ਰੇਮ ਸੀ, ਜੋ ਉਸ ਦੇ ਨਮਰਤਾ ਸੀ, ਜੋ ਉਹਦੇ ਗੁਣ ਸਨਨਾ, ਉਹਦੇ ਕਰਕੇ ਸੇ ਪ੍ਰਭਾਵਿਤ ਹੋਏ, ਤਾਂ ਕਰਕੇ ਗਏ। ਹਸਤ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ। ਤੂੰ ਤੇ ਆਪਣੇ ਹਾਥੀ ਘੋੜੇ ਮਹਿਲ ਬਾੜੀਆਂ ਦੇ ਹੰਕਾਰ ਦੇ ਵਿੱਚ ਰਹਿ ਕੇ ਤੈਨੂੰ ਪਛਾਣ ਹੀ ਨਾ ਪਈ, ਤੈਨੂੰ ਪਛਾਣ ਹੀ ਨਾ ਪਈ ਕਿ ਰੱਬ ਨੂੰ ਕਿਵੇਂ ਬੁਲਾਈਦਾ ਹੈ। ਰੱਬ ਨੂੰ ਬੁਲਾਉਣ ਦਾ ਤਰੀਕਾ ਹੈ, ਰੱਬ ਨੂੰ ਜੀ ਆਇਆਂ ਕਹਿਣ ਦਾ ਤਰੀਕਾ ਹੈ, ਉਸ ਨੂੰ ਧਿਆਉਣ ਦਾ ਵੀ ਤਰੀਕਾ ਹੈ। ਤੇ ਗੁਰੂ ਸਾਹਿਬ ਜੀ ਨੇ ਉਸ ਤਰੀਕੇ ਦਾ, ਗੁਰੂ ਸਾਹਿਬ ਜੀ ਨੇ ਉਹਨਾਂ ਗੁਣਾਂ ਦਾ ਹੀ ਤੇ ਜ਼ਿਕਰ ਕੀਤਾ ਹੈ ਕਿ ਭਾਈ ਪਰਮਾਤਮਾ ਨੂੰ ਵੇਖਣ ਲਈ ਸੰਸਾਰ ਦੇ ਵਿੱਚ ਕੁਦਰਤ ਨੂੰ ਨਿਹਾਰੋ। ਜਦੋਂ ਦੀਨ ਦੁਨੀਆ ਦੇ ਵਿੱਚ ਰਹਿ ਕੇ, ਦੀਨਾਂ ਦੇ ਵਿੱਚ ਰਹਿ ਕੇ ਉਸ ਰੱਬ ਦੇ ਹੋਏ ਰੱਬ ਦੇ ਉਪਦੇਸ਼ ਨੂੰ, ਉਸ ਬਾਣੀ ਦੇ ਉਪਦੇਸ਼ ਨੂੰ, ਬਾਣੀ ਨੂੰ ਆਪਣੇ ਜੀਵਨ 'ਚ ਵਸਾਵਾਂਗੇ, ਉਦੋਂ ਲੱਭਣ ਦੀ ਲੋੜ ਨਹੀਂ ਹੈ, ਉਹ ਪਰਮਾਤਮਾ ਆਪ ਖਿਚਾਏਗਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਸ਼ੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਤੇ ਧਿਆਨ ਕਰਕੇ ਵੇਖੋ, ਮਿਲਿਆ ਵੀ ਉਹਨਾਂ ਨੂੰ ਹੀ ਹੈ, ਜਿਨ੍ਹਾਂ ਨੂੰ ਮਿਲਿਆ ਹੈ ਉਹਨਾਂ ਨੂੰ ਦੌੜਦਿਆਂ ਨਹੀਂ ਮਿਲਿਆ, ਲੱਭਦਿਆਂ ਨਹੀਂ ਮਿਲਿਆ, ਭਾਲ ਕਰਦਿਆਂ ਨਹੀਂ ਮਿਲਿਆ, ਉਹਨਾਂ ਨੂੰ ਅਚਿੰਤ ਹੀ ਮਿਲਿਆ ਹੈ। ਉਹਨਾਂ ਨੂੰ ਪਰਮਾਤਮਾ ਆਪ ਆ ਕੇ ਮਿਲਿਆ, ਉਹ ਕਿਤੇ ਨਹੀਂ ਗਏ, ਉਹ ਕਿਤੇ ਨਹੀਂ ਭਟਕਦੇ ਫਿਰੇ ਜੇ ਅਸੀਂ ਕਿੱਥੇ ਜੇ ਰੱਬ ਨੂੰ ਲੱਭ ਰਹੇ ਹਾਂ, ਪਰਮਾਤਮਾ ਨੂੰ ਢੂੰਡ ਰਹੇ ਹਾਂ। ਨਹੀਂ, ਰੱਬ ਉਹਨਾਂ ਨੂੰ ਲੱਭਦਾ ਹੋਇਆ ਆਇਆ, ਪਰਮਾਤਮਾ ਭਾਲ ਕਰਦਾ ਹੋਇਆ ਉਹਨਾਂ ਤੱਕ ਪਹੁੰਚਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਕੇ ਗਏ ਨੇ ਨਾ ਭਾਈ ਲਾਲੋ ਦੇ ਘਰ। ਭਾਈ ਲਾਲੋ ਕਿਤੇ ਗਿਆ, ਸ਼ਬਨਾਮ ਵਰਗੇ ਰਾਜੇ, ਉਹਨਾਂ ਵੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਤੁਰ ਕੇ ਗਏ। ਜੇ ਮਨ 'ਚ ਖਿਆਲ ਵੀ ਇੱਕ ਵਾਰ ਨੂੰ ਆਇਆ ਸੀ ਜੀ ਮੈਂ ਮਿਲਣਾ ਹੈ, ਜੀ ਮੈਂ ਚੱਲਣਾ ਤੁਹਾਡੇ ਨਾਲ, ਭਾਈ ਮਨਸੁਖ ਨੂੰ ਆਖਦਾ। ਮਨਸੁਖ ਨੇ ਕਿਹਾ ਨਾ, ਮੇਰੇ ਗੁਰੂ ਨੂੰ ਬਿਲਕੁਲ ਪ੍ਰਵਾਨ ਨਹੀਂ ਕਿ ਆਪਣੀ ਜ਼ਿੰਮੇਵਾਰੀਆਂ, ਆਪਣੇ ਫਰਜ਼ ਛੱਡ ਕੇ ਕੋਈ ਮੇਰੇ ਵੱਲ ਨੂੰ ਤੁਰ ਕੇ ਆਏ, ਫਿਰ ਗੁਰੂ ਨੂੰ ਪ੍ਰਵਾਨ ਨਹੀਂ ਹੈ। ਸ਼ਿਵਨਾਬ ਜੀ, ਤੁਸੀਂ ਆਪਣੀ ਪ੍ਰਜਾ ਦੀ ਦੇਖ ਰੇਖ ਕਰੋ, ਚੰਗੀ ਤਰ੍ਹਾਂ ਸੰਭਾਲ ਕਰੋ, ਆਪਣੇ ਫਰਜ਼ਾਂ ਨੂੰ ਨਿਭਾਵੋ, ਭਗਤੀ ਕਰੋ, ਨਾਮ ਜਪੋ, ਸੇਵਾ ਕਰੋ। ਜਿਸ ਦਿਨ ਤੁਹਾਡੀ ਸੇਵਾ ਦੇ ਨਾਲ ਉਹ ਗੁਰੂ ਪ੍ਰਸੰਨ ਹੋਇਆ, ਬੁਲਾਉਣ ਦੀ ਲੋੜ ਹੀ ਨਹੀਂ, ਆਪੇ ਆਏਗਾ।
ਤੇ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਕਿੰਨੀ ਦੂਰ ਚੱਲ ਕੇ ਉਹ ਸਾਗਰ ਪਰਬਤ ਲੰਘ ਕੇ ਪਹੁੰਚੇ ਨੇ ਨਾ ਸ਼ਿਵਨਾਮ ਨੂੰ ਦਰਸ਼ਨ ਦੇਣ ਲਈ। ਇਹੀ ਤੇ ਰੱਬ ਹੈ। ਭਾਲਿਆਂ ਨਹੀਂ ਮਿਲਦਾ, ਲੱਭਿਆਂ ਨਹੀਂ ਮਿਲਦਾ। ਉਹ ਮੱਕੀਓ ਹੀਓ ਮਿਲਨ ਪ੍ਰਭ ਚਾਈ, ਤਾਈ ਖੋਦ ਚਰਿਓ ਦੇਖੋ ਪ੍ਰੇ ਜਾਈ। ਖੋਜਣ ਵਾਸਤੇ ਜੀਵ ਇਸਤੇ ਤੁਰੀ ਪਰ ਮਿਲਿਆ ਨਹੀਂ। ਪਰਮ ਪਰਮ ਆਇਓ ਤੋ ਨਦਰ ਨਾ ਪਾਈ। ਭਟਕ ਕੇ ਆ ਕੇ ਮਿਲਿਆ ਹੀ ਨਹੀਂ। ਜਿਨ੍ਹਾਂ ਨੂੰ ਮਿਲਿਆ ਅਚਿੰਤ ਮਿਲਿਆ। ਕਤ ਜਲਗ ਜਾਈਏ ਰੇ ਕਰ ਲਾਗੋ ਰੰਗ। ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ। ਤੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਹੈ, ਇਹ ਕੋਈ ਇਹੋ ਜਿਹਾ ਮੰਤਰ ਨਾ ਸਮਝਿਓ ਜੀ ਬਸ ਪੜਿਆ ਤੇ ਮਿਲ ਗਿਆ ਰੱਬ। ਇਹ ਤੇ ਉਹ ਕਲਾਮ ਹੈ, ਉਪਦੇਸ਼ ਹੈ, ਜਿਸ ਨੂੰ ਵਿਚਾਰ ਕੇ ਹਿਰਦਾ 'ਚ ਵਸਾਵਾਂਗੇ ਤੇ ਪ੍ਰਸੰਨ ਹੋਏਗਾ ਰੱਬ। ਆਪੇ ਆਏਗਾ, ਆਪੇ ਪ੍ਰਾਪਤੀ ਹੋਏਗੀ, ਆਪੇ ਇਸ ਪਰਮਾਤਮਾ ਦੇ ਦੀਦਾਰ ਹੋਣਗੇ। ਉਹ ਰੱਬ ਖੁਸ਼ ਹੋ ਕੇ ਤੁਰਠ ਕੇ ਆਏਗਾ। ਭਾਲਣ ਦੀ ਲੋੜ ਹੀ ਨਹੀਂ ਪਏਗੀ। ਇੱਕ ਪਿਓ ਦੀਆਂ ਖੁਸ਼ੀਆਂ ਪੁੱਤਰ ਉਦੋਂ ਹੀ ਪ੍ਰਾਪਤ ਕਰਦਾ ਜਦੋਂ ਆਗਿਆ ਨੂੰ ਮੰਨੇ। ਜਦੋਂ ਆਗਿਆ ਨੂੰ ਮੰਨੇ। ਕੋਈ ਇਹੋ ਜਿਹਾ ਮੰਤਰ ਨਹੀਂ ਹੁੰਦਾ, ਕੋਈ ਪਿਓ ਦੀ ਕਹੀ ਹੋਈ ਗੱਲ ਜਾਂ ਕੋਈ ਦਿੱਤਾ ਹੋਇਆ ਇਹੋ ਜਿਹਾ ਮੰਤਰ ਨਹੀਂ ਹੈ ਜੀ ਪਿਓ ਆਪਣੇ ਪੁੱਤਰ ਨੂੰ ਦੇ ਦੇ ਤੇ ਕਹਿ ਦੇਵੇ ਜਦੋਂ ਤੈਨੂੰ ਮਿਲਣਾ ਹੋਵੇ ਇਹਨੂੰ ਪੜ ਲਵੀਂ ਤੇ ਮੈਂ ਪ੍ਰਗਟ ਹੋ ਜਾਵਾਂਗਾ ਤੇਰੇ ਸਾਹਮਣੇ। ਨਹੀਂ ਨਾ ਹੁੰਦਾ। ਉਸ ਪਿਓ ਦੀ ਸਿਖਾਈਆਂ ਹੋਈਆਂ ਗੱਲਾਂ, ਉਹਦੀ ਪਿਓ ਦੀ ਸਿਖਾਈ ਹੋਈ ਗੱਲਾਂ, ਦਿੱਤੀ ਹੋਈ ਸਿੱਖਿਆ ਜਦੋਂ ਉਹ ਬੱਚਾ ਆਪਣੇ ਜੀਵਨ 'ਚ ਅਪਣਾਉਂਦਾ ਹੈ, ਬੁਲੰਦੀਆਂ ਤੇ ਪਹੁੰਚਦਾ ਹੈ, ਜਦੋਂ ਵਡਿਆਈਆਂ ਹਾਸਲ ਕਰਦਾ ਹੈ, ਪਿਓ ਆਪ ਹੀ ਉਹਦੇ ਵੱਲ ਖਿੱਚ ਬਣਾ ਕੇ ਰੱਖਦਾ ਹੈ, ਆਪ ਹੀ ਉਹਦੇ ਨਾਲ ਰਹਿੰਦਾ ਤੇ ਆਪ ਹੀ ਜੇ ਦੂਰ ਵੀ ਹੋਵੇ ਕਹਿੰਦਾ ਮੈਂ ਪੁੱਤ ਨੂੰ ਮਿਲਣਾ ਹੈ। ਪਹੁੰਚਦਾ ਆਪਣੇ ਪੁੱਤਰ ਨੂੰ ਮਿਲਣ ਵਾਸਤੇ, ਸ਼ਾਬਾਸ਼ ਦੇਣ ਵਾਸਤੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਿਨਾਂ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ, ਇਸ ਲਈ ਇਹ ਗੱਲਾਂ ਕਰਨੀਆਂ ਬਣਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਜਿਹੜੇ ਨੇ, ਪਹਿਲਾ ਪ੍ਰਕਾਸ਼ ਪੁਰਬ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ ਹੈ। ਦੁਨੀਆ ਵਿੱਚ ਜਗ ਜ਼ਾਹਰ ਕਰ ਦਿੱਤਾ ਹੈ ਕਿ ਅਗਵਾਈ ਸ਼ਬਦ ਗੁਰੂ ਤੋਂ ਲੈਣੀ ਹੈ। ਮੱਥਾ ਸੀਸ ਸ਼ਬਦ ਗੁਰੂ ਨੂੰ ਨਿਵਾਉਣਾ ਹੈ। ਨਿਵਾਉਂਦੇ ਤੇ ਜਿਹੜਾ ਸਿਰ ਤੇ ਹਮੇਸ਼ਾ ਸ਼ਬਦ ਗੁਰੂ ਨੂੰ ਹੀ ਨਿਵਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪਰ ਪ੍ਰਗਟ ਕਰ ਦਿੱਤਾ ਹੈ, ਅੱਜ ਪ੍ਰਗਟ ਕਰ ਦਿੱਤਾ ਹੈ ਤਾਂ ਕਿ ਦੇਖਣ ਵਾਲਿਆਂ ਨੂੰ, ਕਿਉਂਕਿ ਦੇਖਣ ਵਾਲਿਆਂ ਨੂੰ ਸ਼ੁਰੂ 'ਚ ਲੱਗਿਆ ਹੋਵੇ, ਸਾਨੂੰ ਵੀ ਲੱਗਦਾ ਉਸ ਭੇਦ ਨੂੰ ਸਮਝਣਾ ਤੇ ਸਮਝਾਉਣਾ ਸਾਨੂੰ ਵੀ ਔਖਾ ਲੱਗਦਾ ਹੈ। ਜਦੋਂ ਕਹਿੰਦੇ ਨੇ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਨਹੀਂ, ਅੰਤਰ ਵਸਦਿਆ ਹੋਇਆ ਸ਼ਬਦ ਗੁਰੂ ਹੈ, ਉਦੋਂ ਸਮਝਣਾ ਤੇ ਸਮਝਾਉਣਾ ਔਖਾ ਲੱਗਦਾ ਹੈ। ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਕਿਵੇਂ ਨਹੀਂ? ਜਦੋਂ ਕਹੀਦਾ ਜੀ ਸ਼ਬਦ ਗੁਰੂ ਹੈ ਜੀ, ਸਰੀਰ ਗੁਰੂ ਨਹੀਂ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੀਰ ਗੁਰੂ ਨਹੀਂ ਹੈ, ਅੰਤਰ ਵਸਦਾ ਹੋਇਆ ਗਿਆਨ ਗੁਰੂ ਹੈ, ਉਸ ਨੂੰ ਸਜਦਾ ਹੈ। ਤਾਂ ਹੀ ਫੋਟੋਆਂ ਨੂੰ, ਤਾਂ ਹੀ ਤਸਵੀਰਾਂ ਨੂੰ ਮੱਥਾ ਨਹੀਂ ਟੇਕੀਦਾ, ਮੂਰਤੀਆਂ ਨੂੰ ਤਾਂ ਹੀ ਮੱਥਾ ਨਹੀਂ ਟੇਕੀਦਾ। ਉਦੋਂ ਸਮਝਣਾ ਤੇ ਸਮਝਾਉਣਾ ਤਾਂ ਔਖਾ ਲੱਗਦਾ ਹੈ। ਇਹੋ ਜਿਹੇ ਭੁਲੇਖੇ ਨੂੰ ਦੂਰ ਕਰਨ ਵਾਸਤੇ ਤੇ ਪ੍ਰਗਟ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਪ ਗੁਰੂ ਸਨ, ਸੰਗਤਾਂ ਕੇ ਮੱਥਾ ਵੀ ਟੇਕਦੀਆਂ ਸਨ, ਭੇਟਾਵਾਂ ਵੀ ਰੱਖਦੀਆਂ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ। ਗੁਰੂ ਪਾਸ਼ੇ ਉਪਦੇਸ਼ ਵੀ ਕਰਦੇ ਸਨ। ਪਰ ਜਿਸ ਦਿਨ ਪਹਿਲਾ ਪ੍ਰਕਾਸ਼ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤਾਬਿਆ ਬਿਠਾ ਕੇ ਪ੍ਰਕਾਸ਼ ਹੋ ਕਰ ਦਿੱਤਾ, ਉਸ ਦਿਨ ਤੋਂ ਕੋਈ ਭੇਟਾਵਾਂ ਆਪਣੇ ਸਨਮੁਖ ਨਹੀਂ ਰਖਾਈਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ।
ਉਸ ਆਤਮਾ ਨੂੰ, ਉਸ ਸ਼ਬਦ ਨੂੰ ਪ੍ਰਗਟ ਕਰਕੇ ਸੰਗਤਾਂ ਦੇ ਸਾਹਮਣੇ ਆ ਖਲੋਤਾ, ਲਾ ਖਲੋਤਾ ਕਰ ਦਿੱਤਾ, ਜਿਹੜਾ ਖੜਾ ਕਰ ਦਿੱਤਾ। ਜੋ ਅੰਤਰ ਸ਼ਬਦ ਸੀ, ਉਸ ਸ਼ਬਦ ਨੂੰ ਨਾਲ ਜਿਹੜਾ ਹੈ ਸੰਗਤਾਂ ਦੇ ਸਨਮੁਖ ਕਰ ਦਿੱਤਾ। ਕੋਈ ਭੇਟਾ ਆਪਣੇ ਸਨਮੁਖ ਨਹੀਂ ਰਖਾਈਆਂ, ਕਿਸੇ ਨੂੰ ਆਪ ਇਹ ਨਹੀਂ ਜੀ ਆਪ ਵਡਿਆਈਆਂ ਜਿਹੜਾ ਹੈ, ਜਿਹੜਾ ਜੋ ਵੀ ਆਪਣਾ ਭੇਟਾਵਾਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਸੰਗਤਾਂ ਨੇ ਰੱਖਣੀਆਂ। ਜਦੋਂ ਵੀ ਮੱਥਾ ਗੁਰੂ ਮਹਾਰਾਜ ਜੀ ਦੇ ਆਪ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਹੜੇ ਹਨ ਦਾਬਿਆ ਹੋਣ, ਆਪਣੇ ਆਪ ਨੂੰ ਮੱਥਾ ਨਹੀਂ ਟਿਕਾਉਣਾ। ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੰਗਤਾਂ ਨੇ ਮੱਥਾ ਟੇਕਣਾ, ਤੇ ਜੇ ਕੋਈ ਭੁਲੇਖੇ ਨਾਲ ਟੇਕਦਾ ਤੇ ਪਾਤਸ਼ਾਹ ਜੀ ਨੇ ਹਿਦਾਇਤ ਕਰਨੀ, ਭਈ ਗੁਰੂ ਇਹ ਨੇ, ਗੁਰੂ ਇਹ ਨੇ, ਸਾਡੇ ਤੋਂ ਵੱਡੇ ਨੇ। ਜਿਸ ਦਿਨ ਪ੍ਰਕਾਸ਼ ਕੀਤਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਣੀ ਦਾ ਪ੍ਰਵਾਹ ਚੱਲਿਆ। ਗੁਰੂ ਸਾਹਿਬ ਜੀ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ, ਕੀਰਤਨ ਕਥਾ ਦਾ ਪ੍ਰਵਾਹ ਚੱਲਦਾ ਰਿਹਾ। ਸ਼ਾਮ ਵੇਲਾ ਹੋਇਆ, ਪਾਤਸ਼ਾਹ ਜੀ ਤੋਂ ਪੁੱਛਿਆ ਸੀ ਸਵਾਲ, ਬਾਬਾ ਬੁੱਢਾ ਜੀ, ਪਾਤਸ਼ਾਹ ਜੀ ਸੁਖਾਸਨ ਕਿੱਥੇ ਕਰਨਾ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿੱਥੇ ਵਿਸ਼ਰਾਮ ਦਿਲਾਉਣਾ ਹੈ, ਟਿਕਾਣਾ ਕਿੱਥੇ ਕਰਨਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਏ, ਸਾਡੇ ਜੋ ਸਾਡਾ ਮਹਿਲ ਹੈ, ਜਿੱਥੇ ਅਸਾਂ ਵਿਸ਼ਰਾਮ ਕਰਦੇ ਹਾਂ, ਉਸ ਵੱਲ ਲੈ ਕੇ ਚਲੋ, ਉੱਥੇ ਲੈ ਕੇ ਚਲੋ। ਸਾਰਿਆਂ ਵਾਸਤੇ ਅਨੋਖੀ ਗੱਲ ਸੀ। ਇਹ ਦੱਸਿਆ ਨਹੀਂ ਸੀ ਪਾਤਸ਼ਾਹ ਜੀ ਨੇ ਕਿ ਸ਼ਾਮ ਨੂੰ ਤਾਂ ਸੁਖਾਸਨ ਕਰਕੇ ਉੱਥੇ ਵਿਸ਼ਰਾਮ ਕਰਾਉਣਾ ਹੈ, ਅਸਾਂ ਇੰਝ ਕਰਨਾ ਹੈ। ਇਹ ਸਭ ਜਿਹੜਾ ਇਹ ਗੱਲ ਸੰਗਤਾਂ ਵਾਸਤੇ ਇੱਕ ਨਵੀਂ ਸੀ, ਇੱਕ ਅਲੱਗ ਸੀ ਕਿ ਕੀ ਹੋਣਾ ਹੈ। ਗੁਰੂ ਸਾਹਿਬ ਜੀ ਨੇ ਕਿਹਾ ਪਈ ਸੁਖਾਸਨ ਕਰਕੇ ਸੰਤੋਖ ਕੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਸਾਡੇ ਵਿਸ਼ਰਾਮ ਅਸਥਾਨ ਵੱਲ ਲੈ ਕੇ ਚਲੋ। ਭਾਈ ਬੁੱਢਾ ਜੀ ਨੇ ਸੀਸ ਤੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੂੰ ਲਿਆ। ਸ਼ਾਮ ਵੇਲੇ ਵੀ ਜਿਸ ਤਰ੍ਹਾਂ ਪ੍ਰਕਾਸ਼ ਹੋਇਆ ਸੀ ਰਾਮਸਰ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ, ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਤੇ ਰੱਖਿਆ। ਅਰਜਨ ਦੇਵ ਮਹਾਰਾਜ ਜੀ ਨੇ ਚੌਰ ਕੀਤਾ। ਭਾਈ ਗੁਰਦਾਸ ਜੀ ਤੇ ਹੋਰ ਸੰਗਤਾਂ ਨੇ ਸੰਗਤ ਰੂਪ ਦੇ ਵਿੱਚ ਸ਼ਬਦ ਗਾਨ ਕਰਦਿਆਂ ਹੋਇਆਂ ਹਰਮੰਦਰ ਸਾਹਿਬ ਤੱਕ ਲੈ ਕੇ ਆਏ ਤੇ ਪ੍ਰਕਾਸ਼ ਹੋਇਆ। ਹੁਣ ਸੁਖਾਸਨ ਕਰਨ ਵਾਸਤੇ ਵੀ, ਸੁਖਾਸਨ ਵੇਲੇ ਵੀ ਸ਼ਬਦ ਗਾਇਨ ਕਰਦਿਆਂ ਹੋਇਆਂ ਸੰਗਤਾਂ ਬਾਬਾ ਬੁੱਢਾ ਜੀ ਨੇ ਸੀਸ ਤੇ ਚੁੱਕਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਅਰਜਨ ਦੇਵ ਮਹਾਰਾਜ ਜੀ ਚੌਰ ਕਰਦੇ ਨੇ। ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਸ਼ਰਾਮ ਸਥਾਨ ਵੱਲ ਨੂੰ ਜਾਂਦੇ ਨੇ। ਉੱਥੇ ਜਿੱਥੇ ਆਪ ਵਿਸ਼ਰਾਮ ਕਰਦੇ ਸਨ, ਉਸ ਪਲੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦਾ ਸੁਖਾਸਨ ਕੀਤਾ ਹੈ, ਉੱਥੇ ਵਿਸ਼ਰਾਮ ਕਰਾਇਆ ਹੈ। ਜਾਣੀ ਕਿ ਜੋ ਟਿਕਾਣਾ, ਜੋ ਰੁਤਬਾ, ਜੋ ਅਸਥਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੀ, ਜਾਂ ਆਪਣਾ ਉਹਨਾਂ ਦਾ ਆਪਣਾ ਰੁਤਬਾ ਸੀ ਨਾ, ਅੱਜ ਉਹ ਟਿਕਾਣਾ, ਉਹ ਜਗ੍ਹਾ, ਉਹ ਰੁਤਬਾ ਪ੍ਰਗਟ ਤੌਰ ਤੇ ਸ਼ਬਦ ਗੁਰੂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਗਤਾਂ ਦੇ ਸਨਮੁਖ ਦੇ ਦਿੱਤਾ। ਦੇ ਦਿੱਤਾ ਨਾ। ਜਿਸ ਸਿੰਘਾਸਣ ਤੇ ਬਹਿ ਕੇ ਸੰਗਤਾਂ ਨੂੰ ਸੰਬੋਧਨ ਕਰਦੇ ਸੀ, ਉੱਥੇ ਪ੍ਰਕਾਸ਼ ਕਰਾ ਦਿੱਤਾ। ਜਿਸ ਘਰ ਦੇ ਵਿੱਚ, ਜਿਸ ਕਮਰੇ ਵਿੱਚ, ਜਿਸ ਮਹਿਲ ਦੇ ਵਿੱਚ ਆਪ ਆਰਾਮ ਕਰਦੇ ਸਨ, ਵਿਸ਼ਰਾਮ ਕਰਦੇ ਸਨ, ਸੌਂਦੇ ਸਨ, ਉਸ ਪਲੰਗ ਦੇ ਉੱਤੇ ਗੁਰੂ ਅਰਜਨ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਕਰ ਦਿੱਤਾ। ਹੋਰ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ? ਤੇ ਆਪ ਉੱਥੇ ਹੀ ਥੱਲੇ ਭੁੰਜੇ ਹੀ ਚੱਦਰ ਵਿਛਾ ਕੇ ਗੁਰੂ ਸਾਹਿਬ ਜੀ ਨੇ ਆਪਣਾ ਅਠ ਸਥਾਨ ਬਣਾ ਲਿਆ। ਪਾਉ ਤੇ ਰਾਤ ਨੂੰ ਉੱਥੇ ਵਿਸ਼ਰਾਮ ਕੀਤਾ। ਭੁੰਜੇ, ਭੁੰਜੇ ਦਾ ਅਰਥ ਹੈ ਕੋਈ ਵਿਸ਼ੇਸ਼ ਗਦੇਲਾ ਨਾ ਲਾਉਣਾ, ਕੋਈ ਵਿਸ਼ੇਸ਼ ਜਿਹੜਾ ਹੈ ਉਪਰਾਲਾ ਨਾ ਕਰਨਾ। ਭੁੰਜੇ ਦਾ ਅਰਥ ਇਹੀ ਹੈ। ਆਪਾਂ ਕਹਿੰਦੇ ਭੁੰਜੇ ਚੱਦਰ ਵਿਛਾ ਕੇ ਹੀ ਸ਼ਬਦ ਵਰਤਿਆ ਜਾਂਦਾ, ਪਰ ਭੁੰਜੇ ਦਾ ਅਰਥ ਸਾਨੂੰ ਕਈ ਵਾਰੀ ਨਹੀਂ ਸਮਝ ਆਉਂਦਾ। ਭੁੰਜੇ ਦਾ ਅਰਥ ਹੈ ਕਿ ਸਧਾਰਨ ਇੱਕ ਚੱਦਰ ਵਿਛਾਈ ਤੇ ਥੱਲੇ ਸੌਂ ਗਏ। ਉਹਦੇ ਕੋਈ ਗਦੇਲਾ ਨਹੀਂ ਲਾਇਆ, ਜੇ ਪਿੱਠ ਦਰਦ ਨਾ ਕਰੇ, ਜੇ ਆਰਾਮ ਨਹੀਂ ਮਿਲੇਗਾ ਉੱਚਾ ਜਿਹਾ ਗਦੇਲਾ ਲਾ ਲਿਆ, ਜੀ ਹੋਰ ਕੋਈ ਵਧੀਆ ਜਿਸ ਸਰਾਣੇ ਆਦਿਕ ਲਾ ਲਏ,
ਤੇ ਫਿਰ ਆਰਾਮ ਕੀਤਾ। ਨਾ ਕੋਈ ਚੰਗਾ ਜਾਂ ਵਧੀਆ ਜਾਂ ਕੋਈ ਗਦੇਲਾ ਨਹੀਂ ਹੈ, ਕੋਈ ਐ ਚੰਗੇ ਜੇ ਕੋਈ ਇਹੋ ਜਿਹੇ ਸਰਾਣੇ ਆਦਿਕ ਨਹੀਂ ਲਏ। ਭੁੰਜੀ ਪਾਤਸ਼ਾਹ ਜੀ ਨੇ ਚਾਦਰ ਵਿਛਾਈ ਤੇ ਉੱਥੇ ਆਰਾਮ ਕੀਤਾ ਹੈ। ਇਸੇ ਕਾਰਨ ਕਰਕੇ ਕਈ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਉਹ ਚਿੱਟੀ ਚਾਦਰ ਵਿਛਾਈ ਜਾਂਦੀ। ਉਹਦਾ ਪ੍ਰਤੀਕ ਇਹੀ ਹੈ, ਉਹਦਾ ਕੇਵਲ ਪ੍ਰਤੀਕ ਇਹੀ ਹਰਿਮੰਦਰ ਸਾਹਿਬ ਦੇ ਵਿੱਚ ਇਹ ਜੋ ਮਰਦਾਜਾ ਜਾਂ ਕਿਸੇ ਕਈ ਗੁਰਦੁਆਰਿਆਂ ਚ ਕਰਦੇ ਨੇ, ਤੇ ਉਸ ਦਾ ਕੇਵਲ ਤਾਂ ਕੇਵਲ ਇਹੀ ਇੱਕ ਅਰਥ ਹੈ, ਇੱਕ ਸੰਕੇਤ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੁਤਬਾ ਸਭ ਤੋਂ ਵੱਡਾ ਹੈ। ਤੇਗ ਭਗਤ ਕਬੀਰ ਜੀ ਨੇ ਜੋ ਵਿਚਾਰ ਸਾਨੂੰ ਇੱਥੇ ਬਖਸ਼ਿਸ਼ ਕੀਤੀ ਹੈ ਨਾ, ਉੱਥੇ ਇਹੀ ਤੇ ਸਮਝਾਇਆ ਇਸ ਸ਼ਬਦ ਦੇ ਵਿੱਚ, ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤ ਅੰਤਰ ਧਰਿਆ ਪਸਾਰ। ਉਸ ਬ੍ਰਹਮ ਦੀ ਵਿਚਾਰ ਕਰ ਜਿਸ ਨੇ ਜੋਤ ਅੰਤਰ ਟਿਕਾਈ ਹੋਈ ਹੈ। ਉਸ ਅੰਤਰ ਵਸਦੇ ਹੋਏ ਰੱਬ ਦੀ ਵਿਚਾਰ ਕਰ। ਬਾਹਰ ਦਿਸਦੇ ਤੇ ਬਹੁਤ ਵਿਚਾਰ ਕਰਦਾ ਹੈ, ਬੜੀਆਂ ਤਾਰੀਫਾਂ ਕਰਦਾ ਹੈ, ਪਰ ਜਿਸ ਨੇ ਸਿਰਜੀਆਂ ਨੇ ਉਸ ਨੂੰ ਵੀ ਤੇ ਚੇਤੇ ਕਰ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਬਾਹਰੀ ਤੌਰ ਤੇ ਸਤਿਕਾਰ ਬਹੁਤ ਹੈ, ਬਾਹਰੀ ਤੌਰ ਵੀ ਅਸੀਂ ਤਾਂ ਕਿਉਂਕਿ ਭੇਦ ਨੂੰ ਸਮਝਣ ਵਾਸਤੇ ਵਰਤ ਰਹੇ ਸ਼ਬਦ ਹੈ। ਬਾਹਰੀ ਤੌਰ ਤੇ ਸਤਿਕਾਰ ਬਹੁਤ ਹੈ। ਬੇਸ਼ੱਕ ਸੋਨੇ ਦੀ ਪਾਲਕੀ ਦੀ ਗੱਲ ਹੋਵੇ, ਚੰਗੀ ਬਿਲਡਿੰਗ ਦੀ ਗੱਲ ਹੋਵੇ, ਚੰਗੇ ਘਰ ਜਿਹੜਾ ਹੈ ਪੀੜੇ ਸਾਹਿਬ ਦੀ, ਬਹੁਤ ਕੋਈ ਸਭ ਕੁਝ ਬਾਹਰੀ ਹੈ ਨਾ, ਦਿਸਦਾ ਹੋਇਆ, ਦਿਸਦੇ ਹੋਏ ਕਰਕੇ ਬਹੁਤ ਵਡਿਆਈ ਹੈ, ਬਹੁਤ ਹੀ ਖਿਆਲ ਹੈ, ਹੋਣਾ ਵੀ ਚਾਹੀਦਾ ਹੈ। ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ, ਬਲਕਿ ਜ਼ਰੂਰੀ ਵੀ ਹੈ। ਇਹ ਨਹੀਂ ਕਿ ਹਾਂ ਜੀ ਨਹੀਂ ਹੋਣਾ ਚਾਹੀਦਾ, ਇਹ ਬਿਲਕੁਲ ਅਰਥ ਨਾ ਲੈ ਲਿਓ, ਬਲਕਿ ਜ਼ਰੂਰੀ ਹੈ। ਜ਼ਰੂਰੀ ਹੈ ਭਈ ਦੀਨ ਦੁਨਾ ਤੇ ਦੀਨ ਦੁਨੀ ਦਾ ਮਾਲਕ ਹੈ, ਵੱਡਾ ਪਾਤਸ਼ਾਹ ਸਹਿਨਸ਼ਾਹ ਹੈ, ਉਸ ਦਾ ਸਥਾਨ ਸਾਡੇ ਵਰਗਾ ਤੇ ਨਹੀਂ ਨਾ ਚਾਹੀਦਾ। ਉਹਦਾ ਸਥਾਨ ਸਾਡੇ ਵਰਗਾ ਨਹੀਂ ਚਾਹੀਦਾ। ਭਈ ਰੁਤਬਾ ਹੈ, ਤੇ ਰੁਤਬੇ ਨੂੰ ਬਾਣੀ ਕਹਿੰਦੀ ਹੈ ਨਾ, ਬਾਣੀ ਕਹਿੰਦੀ ਹੈ ਜਲ ਬਿਨ ਉਤਬੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਭਾਈ ਹੋਵੇ ਰਾਜਾ ਤੇ ਰਾਜਾ ਨੂੰ ਸਲਾਮ ਕੋਈ ਨਾ ਕਰੇ, ਕੋਈ ਰਾਜਾ ਕਾਹਦਾ ਹੋਇਆ। ਭਾਈ ਦੀਨ ਦੁਨੀ ਦਾ ਮਾਲਕ ਅਸੀਂ ਕਹਿ ਰਹੇ ਹਾਂ, ਅਸੀਂ ਚੌਰ ਤਖਤ ਦੇ ਮਾਲਕ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਉਹਦੀ ਹਰ ਇੱਕ ਚੀਜ਼, ਉਹਦੇ ਨਾਲ ਸੰਬੰਧਿਤ ਹਰ ਇੱਕ ਵਸਤ ਅਤ ਕੀਮਤੀ ਚਾਹੀਦੀ ਹੈ, ਅਤ ਰੁਤਬੇ ਵਾਲੀ ਚਾਹੀਦੀ ਹੈ। ਕੋਈ ਹਰਜ਼ ਨਹੀਂ ਹੈ, ਕੋਈ ਮਾੜੀ ਗੱਲ ਨਹੀਂ ਹੈ। ਕੋਈ ਸ਼ਹਿਨਸ਼ਾਹ ਤੇ ਸ਼ਹਿਨਸ਼ਾਹਤ ਚਾਹੀਦੀ ਹੈ ਨਾ, ਇਹਦੇ ਤੇ ਕੋਈ ਹਰਜ਼ ਨਹੀਂ ਹੈ। ਇਸ ਵਾਸਤੇ ਬਾਹਰੀ ਤੌਰ ਤੇ ਅਸੀਂ ਬੜਾ ਖਿਆਲ ਰੱਖ ਰਹੇ ਹਾਂ, ਪਰ ਜੋ ਅੰਤਰ ਵਸਦੀ ਹੋਈ ਜੋਤ ਹੈ ਨਾ, ਉਸ ਵੱਲ ਸਾਡਾ ਵੀ ਧਿਆਨ ਨਹੀਂ ਜਾ ਰਿਹਾ। ਜਦੋਂ ਵੀ ਕਿਸੇ ਵੀ ਗੁਰੂ ਧਾਮ ਦੀ ਗੱਲ ਹੋਵੇ, ਕੋਈ ਭੇਟਾਵਾਂ ਕੀਮਤੀ ਭੇਟ ਸੰਗਤ ਵੱਲੋਂ ਦਿੱਤੀ ਜਾਂਦੀ ਹੈ, ਕਿੰਨੀਆਂ ਤਾਰੀਫਾਂ ਹੁੰਦੀਆਂ ਨੇ, ਭਲਾ ਹੁੰਦੀਆਂ ਨੇ ਨਾ, ਕਿੰਨੀਆਂ ਤਾਰੀਫਾਂ ਹੁੰਦੀਆਂ ਨੇ ਜੀ। ਸੋਨੇ ਦਾ ਕਲਸ਼ ਦਿੱਤਾ, ਸੋਨੇ ਦੀ ਪਾਲਕੀ ਦਿੱਤੀ ਜੀ, ਇਹ ਸਜਾਵਟ ਦੇ ਤੌਰ ਤੇ ਕੁਝ ਹੋਇਆ, ਕਿੰਨੀ ਤਾਰੀਫਾਂ ਹੁੰਦੀਆਂ ਨੇ ਨਾ। ਪਰ ਅੰਤਰ ਵਸਦੀ ਹੋਈ ਜੋਤ ਦੀ ਗੱਲ ਕੌਣ ਕਰੇਗਾ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਬਾਣੀ ਹੈ, ਗੁਰੂ ਦਾ ਉਪਦੇਸ਼ ਹੈ, ਉਸ ਦੀ ਗੱਲ ਕੌਣ ਕਰੇਗਾ, ਉਹਦੀ ਤਾਰੀਫ ਕੌਣ ਕਰੇਗਾ, ਉਸ ਸ਼ਬਦ ਦੇ ਨਾਲ ਸਾਂਝ ਕੌਣ ਪਾਵੇਗਾ। ਉਹ ਵੀ ਤੇ ਸਾਨੂੰ ਹੀ ਪਾਣੀ ਹੈ ਨਾ। ਸ਼ਬਦ ਦੀ ਤਾਰੀਫ ਤੇ ਹੀ ਹੈ, ਉਹਦੇ ਨਾਲ ਸਾਂਝ ਬਣੇ, ਸ਼ਬਦ ਸਾਨੂੰ ਚੇਤੇ ਹੋਵੇ, ਬਾਣੀ ਦੇ ਪਾਠ, ਬਾਣੀ ਦੇ ਵਿਚਾਰ, ਬਾਣੀ ਦਾ ਕੀਰਤਨ, ਇਹਦੇ ਨਾਲ ਸਾਡਾ ਮਨ ਜੁੜਿਆ ਹੋਵੇ। ਜਿੰਨੀ ਖਿੱਚ, ਜਿੰਨੀ ਜਿਹੜੀ ਖਿੱਚ ਸਾਡੀ ਬਾਹਰੀ ਤੌਰ ਤੇ ਗੁਰਧਾਮਾਂ ਦੀ ਖੂਬਸੂਰਤੀ ਤੇ ਬਣਤਰ ਦੇ ਵੱਲ ਸਾਡਾ ਧਿਆਨ ਰਹਿੰਦਾ, ਮਨ ਖਿੱਚਿਆ ਜਾਂਦਾ ਖੂਬਸੂਰਤੀ ਦੇ ਵੱਲ, ਬਣਾਵਟ ਦੇ ਵੱਲ, ਉਨੀ ਹੀ ਖਿੱਚ ਸਾਨੂੰ ਬਾਣੀ ਦੇ ਪ੍ਰਤੀ ਵੀ ਹੋਵੇ, ਉਨੀ ਖਿੱਚ ਸਾਡੀ ਬਾਣੀ ਪ੍ਰਤੀ ਵੀ ਹੋਵੇ। ਅੰਤਰ ਵਸਦੀ ਹੋਈ ਜੋਤ ਨੂੰ ਤੇ ਕਿਤੇ ਨਾ ਕਿਤੇ ਅਸੀਂ ਵੀ ਭੁੱਲ ਰਹੇ ਹਾਂ ਨਾ।
ਇਹ ਜੋਤ ਦੇ ਨਾਲ ਸਾਂਝ ਪਾਈਏ, ਬਾਣੀ ਨਾਲ ਸਾਂਝ ਪਾਈਏ, ਬਾਣੀ ਨਾਲ ਜੁੜੀਏ। ਜਦੋਂ ਤੱਕ ਬਾਣੀ ਨਾਲ ਨਹੀਂ ਜੁੜਾਂਗੇ ਉਦੋਂ ਤੱਕ ਬਾਹਰੀ ਦਿਖਾਵਟ ਜਾਂ ਬਾਹਰੀ ਤੌਰ ਤੇ ਸਾਂਝ ਪਾਉਣ ਨਾਲ ਗੱਲ ਅਧੂਰੀ ਹੀ ਰਹੇਗੀ। ਅੰਤਰ ਵਸਦੀ ਹੋਈ ਜੋਤ ਦੀ ਵੀ ਪਛਾਣ ਕਰੀਏ, ਬਾਣੀ ਨਾਲ ਸਾਡੀ ਸਾਂਝ ਬਣੇ, ਬਾਣੀ ਦਾ ਪਾਠ ਸਾਨੂੰ ਆਵੇ, ਬਾਣੀ ਪੜ੍ਹਨੀ ਸੁਣਨੀ ਸਾਨੂੰ ਚੰਗੀ ਲੱਗੇ। ਚੰਗੀ ਲੱਗਣਾ ਨਾ ਲੱਗਣਾ ਹੁਣ ਸਵਾਲ, ਕਿਉਂਕਿ ਲੰਮਾ ਵਿਸ਼ਾ ਹੋ ਜਾਂਦਾ ਹੈ। ਹਰ ਬੰਦਾ ਕਹਿੰਦਾ ਜੀ ਗੁਰੂ ਦੀ ਕਿਰਪਾ ਹੋਏਗੀ ਤਾਂ ਹੀ ਮਨ ਜੁੜੇਗਾ, ਪਰ ਭਾਈ ਬਾਣੀ ਇਹ ਵੀ ਕਹਿੰਦੀ ਹੈ ਉਦਮ ਕਰੇਂਦੀਆਂ ਜੀਓ ਤੂੰ। ਬਾਰ-ਬਾਰ ਬਾਣੀ ਪੜਾਂਗੇ, ਬਾਰ-ਬਾਰ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਬਾਣੀ ਸ਼ਰਵਣ ਕਰਾਂਗੇ, ਉਹ ਗੁਰੂ ਵੀ ਤੇ ਕਿਰਪਾ ਤਾਂ ਹੀ ਕਰੇਗਾ। ਉਦਮ ਕਰਾਂਗੇ ਤਾਂ ਹੀ ਤੇ ਮਨ ਬਣੇਗਾ। ਤੇ ਬਾਣੀ ਦਾ ਅਭਿਆਸ ਸਾਡਾ ਹੋਵੇ, ਬਾਣੀ ਨਾਲ ਸਾਡਾ ਚਿੱਤ ਜੁੜੇ, ਬਾਣੀ ਨਾਲ ਸਾਡਾ ਤਨ ਮਨ ਜੁੜੇ, ਇੰਨਾ ਕੁ ਅਭਿਆਸ ਹੋਵੇ। ਇਹ ਗੱਲ ਕਹਿ ਕੇ ਅਸੀਂ ਸਮਾਪਤੀ ਕਰਨੀ ਹੈ। ਸ਼ਬਦ ਵਿਚਾਰ ਆਪਾਂ ਕੱਲ ਦੇ ਦਿਮਾਗ 'ਚ ਸਾਂਝ ਪਾਵਾਂਗੇ, ਕਿਉਂਕਿ ਬਾਣੀ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਹੈ। ਸਾਡਾ ਅਭਿਆਸ ਕਿੰਨਾ ਹੋਵੇ, ਬਹੁਤ ਜ਼ਰੂਰੀ ਸਵਾਲ ਹੈ। ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਪਰ ਸਾਡਾ ਅਭਿਆਸ ਕਿੰਨਾ ਹੋਵੇ। ਭਾਈ ਸੋਹਣ ਸਿੰਘ ਸੀਤਲ ਜੀ ਨੇ ਇਸ ਦਾ ਜਵਾਬ ਦਿੱਤਾ ਸੀ, ਕਿਉਂਕਿ ਇਹ ਸਵਾਲ ਉਦੋਂ ਵੀ ਬੜੀ ਜ਼ਰੂਰ ਜਿਹੜਾ ਹੈ ਬਹੁਤ ਅਹਿਮੀਅਤ ਰੱਖਦੇ, ਉਦੋਂ ਸਾਹਮਣੇ ਖੜ ਕੇ ਆਏ ਸੀ ਸਵਾਲ ਇਹ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਪਾਦਨਾ ਕੀਤੀ ਨਾ, ਉਸ ਵੇਲੇ ਵੀ ਸਵਾਲ ਬਣਿਆ ਸੀ, ਉਦੋਂ ਸਵਾਲ ਬਣਿਆ ਸੀ। ਸਵਾਲ ਸੀ ਕਹਿੰਦੇ ਕਿੰਨਾ ਕੁ ਸਾਡਾ ਅਭਿਆਸ ਹੋਵੇ। ਭਾਈ ਸੋਹਣ ਸਿੰਘ ਸੀਤਲ ਜੀ ਲਿਖਾਰੀ ਹੋਏ ਨੇ, ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ। ਕਹਿੰਦੇ ਭਾਈ ਇੱਕ ਕਮਰੇ ਦੇ ਵਿੱਚ 10 ਬੰਦੇ ਬੈਠੇ ਹੋਏ ਗੱਲਾਂ ਕਰ ਰਹੇ ਹੋਣ, 50 ਬੰਦੇ ਹੋਣ, 20 ਹੋਣ, ਜਿੰਨੇ ਹੋਣ, ਕਹਿੰਦੇ 20 ਬੰਦੇ ਬੈਠੇ ਗੱਲ ਕਰ ਰਹੇ ਹੋਣ, ਆਪਸ ਵਿੱਚ ਗੱਲਾਂ ਕਰ ਰਹੇ ਹੋਣ, ਤੇ ਇੱਕ ਜੀਵ ਇਸ ਦੀ ਬਾਹਰ ਖਲੋਤੀ ਹੋਵੇ, ਦਰਵਾਜ਼ਾ ਬੰਦ ਹੈ, ਕੇਵਲ ਆਵਾਜ਼ ਆ ਰਹੀ ਹੈ। ਤੇ ਜਦੋਂ ਆਵਾਜ਼ ਆ ਰਹੀ ਹੈ ਨਾ, ਤੇ ਜਦੋਂ ਉਹਨਾਂ 20 ਦੇ ਵਿੱਚੋਂ ਉਸ ਦਾ ਆਪਣਾ ਪਤੀ ਆਪਣੇ ਸਿਰ ਦਾ ਸਾਈਂ ਜਦੋਂ ਬੋਲਦਾ ਹੈ ਨਾ, ਤੇ ਉਹ 20 ਦੇ ਵਿੱਚੋਂ, 50 ਦੇ ਵਿੱਚੋਂ, ਸੈਂਕੜਿਆਂ ਦੇ ਵਿੱਚੋਂ ਬੇਸ਼ੱਕ ਉਹ ਸਾਹਮਣੇ ਨਹੀਂ ਹੈ, ਪਰ ਜਦੋਂ ਉਹ ਬੋਲਦਾ ਹੈ ਉਹਦੇ ਬੋਲ ਤੋਂ ਪਛਾਣ ਲੈਂਦੀ ਹੈ ਜੀ ਇਹ ਮੇਰਾ ਸਿਰ ਦਾ ਸਾਈਂ ਹੈ, ਮੇਰਾ ਪਤੀ ਹੈ, ਇਹ ਮੇਰਾ ਪਤੀ ਹੈ, ਮੇਰਾ ਸਿਰ ਦਾ ਸਾਈਂ ਹੈ। ਬਸ ਇੰਨਾ ਕੁ ਸਾਡਾ ਅਭਿਆਸ ਚਾਹੀਦਾ ਹੈ, ਇੰਨਾ ਕੁ ਸਾਡਾ ਅਭਿਆਸ ਚਾਹੀਦਾ ਹੈ ਬਾਣੀ ਦਾ। ਕੋਈ ਪੰਕਤੀ ਕਿਤੇ ਪੜ੍ਹੀ ਜਾ ਰਹੀ ਹੋਵੇ, ਕਿਸੇ ਸਮਾਗਮ ਦੇ ਵਿੱਚ, ਕਿਸੇ ਸਤਸੰਗ ਦੇ ਵਿੱਚ, ਕਿਤੇ ਵੀ, ਉਸ ਪੰਕਤੀ ਨੂੰ, ਸ਼ਬਦ ਨੂੰ ਸੁਣ ਕੇ ਇੰਨੇ ਕੁ ਸਾਨੂੰ ਪਛਾਣ ਬਣ ਜਾਏ ਘੱਟੋ ਘੱਟ ਜੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਜਾਂ ਨਹੀਂ, ਜੀ ਇਹ ਬਾਣੀ ਕੱਚੀ ਹੈ ਜਾਂ ਪੱਕੀ ਹੈ। ਇੰਨੀ ਪਛਾਣ, ਤੇ ਇੰਨੀ ਪਛਾਣ ਉਦੋਂ ਹੀ ਬਣੇਗੀ ਜਦੋਂ ਅਭਿਆਸ ਹੋਏਗਾ, ਉਦੋਂ ਹੀ ਬਣੇਗੀ ਨਾ। ਜਦੋਂ ਬਾਰ-ਬਾਰ ਬਾਣੀ ਪੜਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਨੂੰ ਸਾਰੀਆਂ ਅੱਖਾਂ ਥੱਲੇ ਤਾਰਿਆ ਹੋਏਗਾ, ਤਾਂ ਹੀ ਪਛਾਣ ਹੋਏਗੀ। ਸ਼ਬਦ ਬਾਣੀ 'ਚ ਹੁਣ ਕਈ ਸ਼ਬਦ ਇਹੋ ਜਿਹੇ, ਜਾਂ ਕਿਤੇ ਵੀ ਕੋਈ ਸਮਾਗਮ ਹੋ ਰਿਹਾ ਹੋਵੇ, ਸਤਸੰਗ ਹੋ ਰਿਹਾ ਹੋਵੇ, ਧਾਰਨਾ ਪੜੀਆਂ ਜਾ ਰਹੀਆਂ ਹੋਣ, ਤੇ ਨਹੀਂ ਨਾ ਪਛਾਣ ਬਣਦੀ। ਇੰਝ ਲੱਗਦਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੀ ਸ਼ਬਦ ਹੋਏਗਾ। ਇਸ ਵਾਸਤੇ ਇੰਨਾ ਕੁ ਅਭਿਆਸ ਚਾਹੀਦਾ ਹੈ। ਇਹ ਬਣਨਾ ਮੁਸ਼ਕਿਲ ਨਾਲ ਹੈ, ਕਠਿਨ ਕੰਮ ਹੈ, ਜਾਂ ਕਹਿ ਲਓ ਕਿ ਜਿਹੜਾ ਇਹ ਕੰਮ ਹੈ ਮਿਹਨਤ ਮੰਗਦਾ, ਪਰ ਸੰਭਵ ਹੈ। ਇੰਨਾ ਕੁ ਅਭਿਆਸ ਸਿੱਖ ਦਾ ਚਾਹੀਦਾ। ਸੋਹਣ ਸਿੰਘ ਸੀਤਲ ਜੀ ਦੱਸਦੇ ਨੇ, ਸਿਰ ਸੁਹਾਗਣੀ ਦੀ ਨਿਸ਼ਾਨੀ ਇਹੀ ਹੈ ਤੇ 50 ਬੰਦਿਆਂ ਦੇ ਵਿੱਚੋਂ ਆਪਣੇ ਪਤੀ ਦੀ ਆਵਾਜ਼ ਨੂੰ ਪਛਾਣ ਲੈਂਦੀ ਹੈ। ਜੀ ਮੇਰਾ ਪਤੀ ਹੁਣ ਬੋਲਦਾ ਹੈ, ਪਹਿਲਾਂ ਨਹੀਂ ਕੋਈ ਬੋਲਦਾ ਸੀ, ਹੁਣ ਬੋਲਦਾ ਹੈ। ਭਾਈ ਗੁਰਦਾਸ ਜੀ, ਭਾਈ ਬੁੱਢਾ ਜੀ ਵਰਗੇ ਜਦੋਂ ਸਿੱਖ ਗੁਰੂ ਸਾਹਿਬ ਜੀ ਦੇ ਸਨਮੁਖ ਹੋਏ ਸਨ, ਉਹਨਾਂ ਨੇ ਇਹੀ ਗੱਲ ਕਹੀ ਸੀ, ਪਾਤਸ਼ਾਹ ਕਈ ਬੜੇ ਸੁਚੇਤ ਸਿੱਖ ਹਨ, ਬਾਣੀ ਦਾ ਜਾਪ ਜਪਣ ਵਾਲੇ, ਪੜ੍ਹਨ ਵਾਲੇ ਨੇ,
ਉਹਨਾਂ ਨੂੰ ਤੇ ਪਛਾਣ ਪੈ ਜਾਂਦੀ ਹੈ ਕਿ ਬਾਣੀ ਸੱਚੀ ਕਿਹੜੀ ਹੈ, ਝੂਠੀ ਕਿਹੜੀ ਹੈ। ਪਰ ਕਈ ਸੰਗਤਾਂ ਜਿਨ੍ਹਾਂ ਦਾ ਅਭਿਆਸ ਹੈ, ਨਵੀਆਂ ਜੁੜ ਰਹੀਆਂ ਨੇ, ਦੂਰ ਦੁਰਾਡੇ ਤੋਂ ਆਉਣ ਵਾਲੀਆਂ ਨੇ, ਉਹਨਾਂ ਨੂੰ ਹਾਲੇ ਨਹੀਂ ਪਛਾਣ ਨਹੀਂ ਪੈਂਦੀ ਕਿ ਬਾਣੀ ਸੱਚੀ ਕਿਹੜੀ ਹੈ ਤੇ ਝੂਠੀ ਕਿਹੜੀ ਹੈ, ਕੱਚੀ ਕਿਹੜੀ ਹੈ। ਤੇ ਪਾਤਸ਼ਾਹ ਜੀਓ, ਉਹ ਮਿਹਰਬਾਨ, ਉਹ ਬਾਬਾ ਪ੍ਰਿਥਵੀਆ ਆਪ ਜੀ ਦਾ ਵੱਡਾ ਭਰਾ, ਜੋ ਕਿ ਪਹਿਲਾਂ ਬੜੇ ਯਤਨ ਕਰਕੇ ਥੱਕ ਗਿਆ, ਪਰ ਕੋਈ ਚਾਲ ਉਹਦੀ ਕਾਮਯਾਬ ਨਹੀਂ ਹੋਈ। ਹੁਣ ਸੱਟ ਸਾਡੀ ਆਤਮਾ ਤੇ ਕਰ ਰਿਹਾ ਹੈ, ਉਹ ਬਾਣੀ ਤੇ ਸੱਟ ਮਾਰ ਰਿਹਾ ਹੈ। ਉਹਦਾ ਪੁੱਤਰ ਜਿਹੜਾ ਬੜਾ ਕਾਬਲ ਹੈ, ਕਾਬਲ ਹੋਸ਼ਿਆਰ ਬੜਾ ਹੈ, ਇੰਨਾ ਹੋਸ਼ਿਆਰ ਹੈ ਕਿ ਬਾਣੀ ਦੇ ਸ਼ਬਦ ਵਾਂਗ ਉਹ ਪੰਕਤੀਆਂ ਬਣਾ ਕੇ, ਤੁਕਬੰਦੀ ਛੰਦਬੰਦੀ ਕਰਕੇ ਉਹ ਪੰਕਤੀਆਂ ਬਣਾ ਰਿਹਾ ਤੇ ਨਾਨਕ ਸ਼ਬਦ ਦੀ ਵਰਤੋਂ ਕਰ ਰਹੇ ਨੇ, ਤਾਂ ਕਿ ਸੰਗਤਾਂ ਨੂੰ ਭੁਲੇਖਾ ਪਵੇ ਜੀ ਦੇਖੋ ਨਾਨਕ ਸ਼ਬਦ ਆ ਰਿਹਾ ਹੈ, ਇਹ ਗੁਰਬਾਣੀ ਦਾ ਹੀ ਸ਼ਬਦ ਹੈ। ਤੇ ਜੋ ਸੰਗਤਾਂ ਜਿਨ੍ਹਾਂ ਦਾ ਅਭਿਆਸ ਬਹੁਤ ਜ਼ਿਆਦਾ ਨਹੀਂ ਹੈ, ਉਹਨਾਂ ਨੂੰ ਭੁਲੇਖਾ ਪੈ ਰਿਹਾ ਹੈ। ਇਸ ਵਾਸਤੇ ਪਾਤਸ਼ਾਹ ਜੀ ਉਪਰਾਲਾ ਕਰੀਏ, ਬਾਣੀ ਜੁਦਾ ਕਰ ਧਰੀਏ, ਮੀਣੇ ਪਾਉਣ ਲਗੇ ਨੀ ਰਲਾ, ਕੋਈ ਉਪਾਅ ਕਰੀਏ। ਉਹ ਮੀਣੇ ਇਹਦੇ ਵਿੱਚ ਰਲਾ ਪਾਉਣ ਲੱਗੇ ਹਨ, ਕੋਈ ਆਪਾਂ ਉਪਰਾਲਾ ਕਰੀਏ ਤਾਂ ਕਿ ਸੱਚ ਨੂੰ ਨਿਰਲੇਪ ਰੱਖਿਆ ਜਾ ਸਕੇ। ਇਸ ਵਾਸਤੇ ਇਹ ਕੁਝ ਗੱਲਾਂ ਸਾਨੂੰ ਆਪਣੇ ਜੀਵਨ 'ਚ ਵਿਚਾਰਨੀਆਂ ਚਾਹੀਦੀਆਂ ਨੇ, ਆਪਣੇ ਜੀਵਨ 'ਚ ਵਸਾਉਣੀਆਂ ਚਾਹੀਦੀਆਂ ਨੇ। ਸਤਿਗੁਰ ਪਾਤਸ਼ਾਹ ਜੀ ਮਿਹਰ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਆਪ ਸਮੂਹ ਸੰਗਤਾਂ ਨੂੰ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਸਤਨਾਮ